ਹੈਲੋ ਗਾਈਜ਼, ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ YLS ਐਜੂਕੇਸ਼ਨ ਦੇ ਉੱਪਰ। ਗਾਈਜ਼ ਦੇਖੋ, ਆਪਾਂ ਲਾਸਟ ਕਲਾਸ ਦੇ ਵਿੱਚ ਇੱਕ ਥਿਊਰੀ ਕੀਤੀ ਸੀਗੀ ਲਾਰੈਂਸ ਕੋਲਬਰਗ ਦੀ, ਮੋਰਲ ਡਿਵੈਲਪਮੈਂਟ ਦਾ ਸਿਧਾਂਤ ਆਪਾਂ ਕੀਤਾ ਸੀ ਉਹਦੇ ਵਿੱਚ। ਉਹ ਕੰਪਲੀਟ ਥਿਊਰੀ ਆਪਾਂ ਕੀਤੀ ਸੀਗੀ ਤੇ ਅੱਜ ਦੀ ਜਿਹੜੀ ਕਲਾਸ ਹੈ ਇਹ ਵੀ ਕਾਫੀ ਇੰਪੋਰਟੈਂਟ ਕਲਾਸ ਹੈਗੀ। ਅੱਜ ਦੀ ਕਲਾਸ ਦੇ ਵਿੱਚ ਆਪਾਂ ਗੱਲ ਕਰਾਂਗੇ ਲਾਰੈਂਸ ਕੋਲਬਰਗ ਦੇ ਨਾਲ ਰਿਲੇਟਡ ਜਿੰਨੇ ਵੀ ਮੋਰਲ ਡਿਵੈਲਪਮੈਂਟ ਦੀ ਉਹਦੀ ਥਿਊਰੀ ਹੈ ਜਿਹੜੀ, ਉਹਦੇ ਨਾਲ ਰਿਲੇਟਡ ਜਿੰਨੇ ਵੀ ਕੁਐਸਚਨ ਅਲੱਗ-ਅਲੱਗ ਐਗਜ਼ਾਮ ਦੇ ਵਿੱਚ ਆਏ ਹੋਏ ਨੇ, ਚਾਹੇ ਉਹ PTET ਹੈ, ਚਾਹੇ ਉਹ CTET ਹੈ, ਚਾਹੇ ਉਹ HTET ਹੈ। ਤਾਂ ਇਹਨਾਂ ਕੁਐਸਚਨ ਬਾਰੇ ਆਪਾਂ ਡਿਸਕਸ ਕਰਾਂਗੇ, ਦੇਖਾਂਗੇ ਇਹਨਾਂ ਕੁਐਸਚਨ ਦਾ ਕੀ ਲੈਵਲ ਸੀ ਆਉਣ ਵਾਲੇ PTET ਦੇ ਐਗਜ਼ਾਮ ਦੇ ਵਿੱਚ ਜਾਂ CTET ਐਗਜ਼ਾਮ ਦੇ ਵਿੱਚ ਜਾਂ ਫਿਰ HTET ਐਗਜ਼ਾਮ ਦੇ ਵਿੱਚ ਤੁਹਾਨੂੰ ਇਹ ਕੁਐਸਚਨ ਦੁਬਾਰਾ ਰਿਪੀਟ ਹੋ ਕੇ ਵੀ ਆ ਸਕਦੇ ਨੇ, ਜਾਂ ਫਿਰ ਇੱਕ ਤੁਸੀਂ ਪਰਸੈਪਸ਼ਨ ਇਹਨਾਂ ਕੁਐਸਚਨਸ ਬਾਰੇ ਬਣਾ ਸਕਦੇ ਹੋ ਵੀ ਤੁਹਾਨੂੰ ਕਿਸ ਲੈਵਲ ਦੇ ਕੁਐਸਚਨ ਜਿਹੜੇ ਐਗਜ਼ਾਮ ਦੇ ਵਿੱਚ ਪੁੱਛੇ ਜਾ ਸਕਦੇ ਆ। ਤਾਂ ਆਪਾਂ ਸਟਾਰਟ ਕਰਦੇ ਹਾਂ ਬਿਨਾਂ ਦੇਰੀ ਕੀਤੇ ਹੋਏ। ਤਾਂ ਫਸਟ ਕੁਐਸਚਨ ਤੁਹਾਡੇ ਸਾਹਮਣੇ, ਤੁਸੀਂ ਕਮੈਂਟ ਬਾਕਸ ਦੇ ਵਿੱਚ ਇਹਦਾ ਆਨਸਰ ਵੀ ਦੇ ਸਕਦੇ ਹੋਗੇ ਜਲਦੀ ਦੇ ਵਿੱਚ। ਸਭ ਤੋਂ ਪਹਿਲਾ ਕੁਐਸਚਨ ਹੈ, ਕੋਲਬਰਗ ਨੇ ਪੇਸ਼ ਕੀਤਾ ਹੈ ਭਾਵਨਾਤਮਕ ਵਿਕਾਸ, ਸਰੀਰਕ ਵਿਕਾਸ, ਮਾਨਸਿਕ ਵਿਕਾਸ ਜਾਂ ਫਿਰ ਨੈਤਿਕ ਵਿਕਾਸ। ਬਿਲਕੁਲ ਸਿੰਪਲ ਕੁਐਸਚਨ ਹੈਗਾ, ਇਹ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਹੈਗਾ। ਤਾਂ ਲਾਰੈਂਸ ਕੋਲਬਰਗ ਦਾ ਜਿਹੜਾ ਸਿਧਾਂਤ ਹੈਗਾ ਉਹ ਮੋਰਲ ਡਿਵੈਲਪਮੈਂਟ ਦੀ ਥਿਊਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ, ਜਿਹਦਾ ਆਨਸਰ ਆਊਗਾ ਨੈਤਿਕ ਵਿਕਾਸ। ਤਾਂ ਅਸੀਂ ਕਹਿ ਸਕਦੇ ਹਾਂ ਵੀ ਇਹਦਾ ਆਨਸਰ ਜਿਹੜਾ ਫੋਰਥ ਆਊਗਾ, ਨੈਤਿਕ ਵਿਕਾਸ। ਸੈਕੰਡ ਕੁਐਸਚਨ ਤੁਹਾਡੇ ਸਾਹਮਣੇ ਹੈ, ਇਹਦੇ ਵਿੱਚ ਕੀ ਹੈ ਸੈਕੰਡ ਦੇ ਵਿੱਚ, ਕਹਿੰਦਾ ਜੇ ਤੁਸੀਂ ਇਮਾਨਦਾਰ ਹੋ ਤਾਂ ਤੁਹਾਡੇ ਮਾਤਾ ਪਿਤਾ ਤੁਹਾਡੇ ਉੱਤੇ ਮਾਣ ਕਰਨਗੇ, ਇਸ ਲਈ ਤੁਹਾਨੂੰ ਇਮਾਨਦਾਰ ਰਹਿਣਾ ਚਾਹੀਦਾ ਹੈ। ਕੋਲਬਰਗ ਦੇ ਅਨੁਸਾਰ ਇਹ ਵਿਸ਼ਾ ਵਸਤੂ ਨੈਤਿਕ ਦਲੀਲ ਦੇ ਕਿਸ ਪੱਧਰ ਤੇ ਆਵੇਗਾ। ਹੁਣ ਤੁਹਾਨੂੰ ਪਤਾ ਹੈ ਵੀ ਜਿਹੜਾ ਬੱਚਾ ਹੈਗਾ ਉਹ 4 ਸਾਲ ਤੋਂ ਲੈ ਕੇ 10 ਸਾਲ ਤੱਕ, 4 ਸਾਲ ਤੋਂ ਲੈ ਕੇ 10 ਸਾਲ ਤੱਕ ਜਿਹੜਾ ਬੱਚਾ ਹੈਗਾ ਇਹ ਆਪਣੇ ਪਰਿਵਾਰ ਦੇ ਇਨਫਲੂਐਂਸ ਦੇ ਵਿੱਚ ਹੁੰਦਾ ਹੈ, ਆਪਣੇ ਪਰਿਵਾਰ ਆਪਣੀ ਫੈਮਿਲੀ ਦੇ ਅਨੁਸਾਰ ਹੀ ਆਪਣੀ ਨੈਤਿਕਤਾ ਦਾ ਪ੍ਰਦਰਸ਼ਨ ਕਰਦਾ ਹੈ। ਤਾਂ ਉਸ ਆਧਾਰ ਦੇ ਉੱਪਰ ਦੇਖੋ, ਸਮਾਜਿਕ ਸੰਕੁਚਨ ਅਨੁਕੂਲਤਾ, ਚੰਗੀ ਕੁੜੀ ਸਰਵੋਤਮ ਲੜਕਾ ਅਨੁਕੂਲਤਾ, ਕਾਨੂੰਨ ਅਤੇ ਵਿਵਸਥਾ ਅਨੁਕੂਲਤਾ, ਸਜ਼ਾ ਆਗਿਆਕਾਰਤੀ ਅਨੁਕੂਲਤਾ। ਤਾਂ ਇਹਦੇ ਵਿੱਚ ਕੀ ਆਪਾਂ ਥਿਊਰੀ ਦੇ ਵਿੱਚ ਗੱਲ ਕੀਤੀ ਸੀਗੀ ਵੀ ਬੱਚਾ ਆਪਣੇ ਪਰਿਵਾਰ ਦੇ ਇਨਫਲੂਐਂਸ ਦੇ ਵਿੱਚ ਆ ਕੇ ਕੀ ਕਰਦਾ ਹੈਗਾ, ਆਪਣੀ ਨੈਤਿਕਤਾ ਦਾ ਪ੍ਰਦਰਸ਼ਨ ਕਰਦਾ ਹੈਗਾ। ਬੱਚਾ ਸਜ਼ਾ ਦੇ ਡਰ ਵਜੋਂ ਜਾਂ ਉਹ ਆਗਿਆਕਾਰਤਾ ਦੇ ਵਜੋਂ ਜਾਂ ਫਿਰ ਉਹ ਰਿਵਾਰਡ ਦੇ ਵਜੋਂ ਆਪਣੀ ਨੈਤਿਕਤਾ ਦਾ ਪ੍ਰਦਰਸ਼ਨ ਕਰਦਾ ਹੈ। ਇਹ ਕਹਿੰਦਾ ਜੇ ਤੁਸੀਂ ਇਮਾਨਦਾਰ ਹੋ ਤਾਂ ਤੁਹਾਡੇ ਮਾਤਾ ਪਿਤਾ ਤੁਹਾਡੇ ਤੇ ਮਾਣ ਕਰਨਗੇ, ਇਸ ਲਈ ਤੁਹਾਨੂੰ ਇਮਾਨਦਾਰ ਰਹਿਣਾ ਚਾਹੀਦਾ। ਤਾਂ ਇਹਦੇ ਅਕੋਰਡਿੰਗ ਆਨਸਰ ਕੀ ਬਣ ਰਿਹਾ, ਫੋਰਥ ਆਨਸਰ, ਸਜ਼ਾ ਆਗਿਆਕਾਰੀ ਅਨੁਕੂਲਤਾ। ਥਰਡ ਕੁਐਸਚਨ ਹੈ, ਕੋਲਬਰਗ ਦਾ ਪੂਰਵ ਪਰੰਪਰਾਗਤ ਪੱਧਰ ਦੇ ਅਨੁਸਾਰ ਕੋਈ ਨੈਤਿਕ ਫੈਸਲਾ ਲੈਂਦੇ ਸਮੇਂ ਇੱਕ ਵਿਅਕਤੀ ਕਿਸ ਤਰਫ ਪਰਿਵਰਤਿਤ ਹੋਵੇਗਾ। ਕਹਿੰਦਾ ਪੂਰਵ ਪਰੰਪਰਾਗਤ ਦੇ ਵਿੱਚ, ਪੂਰਵ ਪਰੰਪਰਾਗਤ ਦੀ ਗੱਲ ਕੀਤੀ ਹੈ। ਪੂਰਵ ਪਰੰਪਰਾਗਤ ਸਾਨੂੰ ਪਤਾ ਵੀ 4 ਸਾਲ ਤੋਂ ਲੈ ਕੇ 10 ਸਾਲ ਦੀ ਅਵਸਥਾ ਅਸੀਂ ਮੰਨਦੇ ਹਾਂ ਇਹਨੂੰ, ਤੇ ਇਹਦੇ ਵਿੱਚ ਅਸੀਂ ਆਪਣੇ ਪਰਿਵਾਰ, ਆਪਣੇ ਆਲੇ ਦੁਆਲੇ ਦੇ ਅਨੁਸਾਰ ਆਪਣੀ ਨੈਤਿਕਤਾ ਦਾ ਪ੍ਰਦਰਸ਼ਨ ਕਰਦੇ ਹਾਂ। ਤਾਂ ਪੂਰਵ ਪਰੰਪਰਾਗਤ ਦੀ ਗੱਲ ਕੀਤੀ ਹੈ, ਨਿੱਜੀ ਲੋੜਾਂ ਅਤੇ ਇੱਛਾਵਾਂ, ਨਿੱਜੀ ਮੁੱਲ, ਪਰਿਵਾਰਿਕ ਉਮੀਦਾਂ, ਸੰਭਾਵੀ ਅੰਦਰੂਨੀ ਸਜ਼ਾ। ਤਾਂ ਇੱਥੇ ਵੀ ਆਨਸਰ ਕੀ ਬਣ ਰਿਹਾ ਇਹਦਾ, 4 ਆਨਸਰ ਬਣ ਰਿਹਾ ਹੈਗਾ, ਕਿਉਂਕਿ ਅਸੀਂ ਆਪਣੀ ਨੈਤਿਕਤਾ ਦਾ ਪ੍ਰਦਰਸ਼ਨ ਕਿਸ ਆਧਾਰ ਤੇ ਕਰਦੇ ਹੁੰਦੇ ਹਾਂ। ਤਾਂ ਆਪਣੀ ਨੈਤਿਕਤਾ ਦਾ ਪ੍ਰਦਰਸ਼ਨ ਅਸੀਂ ਆਪਣੇ ਪਰਿਵਾਰ ਦੇ ਆਧਾਰ ਤੇ ਕਰਦੇ ਹਾਂ ਜਾਂ ਆਲੇ ਦੁਆਲੇ ਦੇ ਆਧਾਰ ਕਰਦੇ ਹਾਂ, ਕਿਸ ਦੇ ਵਜੋਂ ਕਰਦੇ ਹਾਂ, ਅਸੀਂ ਆਪਣੇ ਕਿਸੇ ਡਰ ਵਜੋਂ ਕਰਦੇ ਹਾਂ, ਜਾਂ ਫਿਰ ਅਸੀਂ ਆਗਿਆਕਾਰੀ ਹੁੰਦੇ ਹਾਂ, ਜਾਂ ਫਿਰ ਅਸੀਂ ਕਿਸੇ ਰਿਵਾਰਡ ਨੂੰ ਪ੍ਰਾਪਤ ਕਰਨ ਦੇ ਲਈ ਅਸੀਂ ਉਸ ਨੈਤਿਕਤਾ ਦਾ ਪ੍ਰਦਰਸ਼ਨ ਜਿਹੜਾ ਕਰਦੇ ਹੁੰਦੇ ਹਾਂ। ਫੋਰਥ ਕੁਐਸਚਨ ਕਹਿ ਰਿਹਾ, ਕੋਲਬਰਗ ਦੇ ਨੈਤਿਕ ਵਿਕਾਸ ਦੀ ਕਈ ਪੱਖਾਂ ਤੋਂ ਆਲੋਚਨਾ ਕੀਤੀ ਗਈ ਹੈ, ਇਹਨਾਂ ਵਿੱਚੋਂ ਕਿਹੜਾ ਕਥਨ ਆਲੋਚਨਾ ਦੇ ਲਈ ਸਹੀ ਹੈ। ਹੁਣ ਸਾਨੂੰ ਪਤਾ ਹੈ ਅਸੀਂ ਲਾਸਟ ਥਿਊਰੀ ਵਿੱਚ ਗੱਲ ਕੀਤੀ ਸੀਗੀ, ਜੇ ਤੁਸੀਂ ਅਜੇ ਤੱਕ ਲਾਰੈਂਸ ਕੋਲਬਰਗ ਦੀ ਥਿਊਰੀ ਨਹੀਂ ਪੜ੍ਹੀ ਹੈਗੀ ਤਾਂ ਸਾਡੇ ਇਸ ਚੈਨਲ ਦੇ ਉੱਪਰ ਹੀ ਲਾਰੈਂਸ ਕੋਲਬਰਗ ਦੀ ਮੋਰਲ ਡਿਵੈਲਪਮੈਂਟ ਦੀ ਥਿਊਰੀ ਜਿਹੜੀ ਉਹ ਇਸ ਦੇ ਵਿੱਚ ਪਈ ਹੈ, ਵੀਡੀਓਜ਼ ਪਈ ਹੈ, ਤਾਂ ਤੁਸੀਂ ਉੱਥੋਂ ਜਾ ਕੇ ਵੀਡੀਓਜ਼ ਨੂੰ ਦੇਖ ਸਕਦੇ ਹੋਗੇ। ਤਾਂ ਇਹਦੇ ਵਿੱਚ ਅਸੀਂ ਦੇਖਿਆ ਸੀ ਵੀ ਲਾਰੈਂਸ ਕੋਲਬਰਗ ਦੇ ਸਿਧਾਂਤ ਦੀ ਜਿਹੜੀ ਆਲੋਚਨਾ ਕੀਤੀ ਸੀ ਸਭ ਤੋਂ ਜ਼ਿਆਦਾ ਉਹ ਕੀਤੀ ਸੀ ਕਾਰਲ ਗਿਲਗਨ ਨੇ ਕਈ ਪੱਖਾਂ ਤੋਂ ਇਹਦੀ ਆਲੋਚਨਾ ਕੀਤੀ ਹੈ। ਤਾਂ ਇਹਦੇ ਵਿੱਚ ਆਪਾਂ ਦੇਖਦੇ ਹਾਂ ਵੀ ਇਹਦਾ ਆਨਸਰ ਕਿਹੜਾ ਸਹੀ ਹੈ। ਕੋਲਬਰਗ ਨੇ ਜੀਨ ਪਿਆਜੇ ਦੇ ਸਿਧਾਂਤ ਨੂੰ ਦੁਹਰਾਇਆ ਹੈ, ਨਹੀਂ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨੇ ਦੁਹਰਾਇਆ, ਹਾਂ ਇਹ ਕਹਿ ਸਕਦੇ ਅਸੀਂ ਥੋੜਾ ਬਹੁਤ ਉਹਦਾ ਅਨੁਕਰਨ ਕੀਤਾ, ਪਰ ਪੂਰੀ ਤਰ੍ਹਾਂ ਦੁਹਰਾਇਆ ਅਸੀਂ ਇਹ ਨਹੀਂ ਕਹਿ ਸਕਦੇ ਹੈਗੇ, ਇਸ ਕਰਕੇ ਇਹ ਆਨਸਰ ਨਹੀਂ ਬਣੇਗਾ। ਨੈਤਿਕ ਵਿਕਾਸ ਦੇ ਹਰ ਪੜਾਅ ਦਾ ਕੋਈ ਖਾਸ ਉੱਤਰ ਨਹੀਂ ਦਿੱਤਾ ਜਾਂਦਾ, ਬਿਲਕੁਲ ਗਲਤ ਆਨਸਰ ਹੈ ਇਹ, ਬਿਲਕੁਲ ਗਲਤ ਆਪਸ਼ਨ ਹੈ ਇਹ। ਲਾਰੈਂਸ ਕੋਲਬਰਗ ਨੇ ਆਪਣੇ ਹਰ ਲੈਵਲ ਦੇ ਵਿੱਚ ਸਟੇਜਸ ਬਣਾ ਕੇ ਉਹਨੇ ਹਰ ਕੁਐਸਚਨ ਦਾ ਜਿਹੜਾ ਖਾਸ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਹੈਗੀ। ਬੱਚਿਆਂ ਦੇ ਜਵਾਬ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਨਹੀਂ ਇਹ ਵੀ ਆਨਸਰ ਨਹੀਂ ਬਣ ਸਕਦਾ ਹੈਗਾ। ਬੱਚਿਆਂ ਦੇ ਜਵਾਬ ਦਾ ਉਹਨੇ ਬਿਲਕੁਲ ਆਨਸਰ ਦਿੱਤੇ ਸੀਗੇ। ਕੋਲਬਰਗ ਨੇ ਆਪਣੇ ਅਧਿਐਨ ਨੂੰ ਪੁਰਸ਼ਾਂ ਦੇ ਨਮੂਨੇ ਦੇ ਆਧਾਰ ਤੇ ਕੀਤਾ ਹੈ।
ਹੁਣ ਕਾਰਲ ਗਿਲਗਨ ਇਹੀ ਗੱਲ ਕਹਿ ਰਹੀ ਸੀ ਵੀ ਲਾਰੈਂਸ ਕੋਲਬਰਗ ਨੇ ਆਪਣੇ ਸਿਧਾਂਤ ਨੂੰ ਜਾਂ ਆਪਣੇ ਸਿਧਾਂਤ ਦੇ ਵਿੱਚ ਜਿਹੜਾ ਲਿੰਗੀ ਭੇਦਭਾਵ ਕੀਤਾ ਹੈਗਾ, ਉਹਨੇ ਇੱਕ ਉਹ ਲਿੰਗੀ ਕਿਸੇ ਖਾਸ ਲਿੰਗ ਪ੍ਰਤੀ ਬਾਇਸਡ ਹੋ ਗਿਆ ਜਾਂ ਉਹਦੇ ਪ੍ਰਤੀ ਝੁਕ ਗਿਆ। ਇਸ ਕਰਕੇ ਇਹਦਾ ਆਨਸਰ ਕੀ ਬਣਦਾ ਹੈਗਾ? ਇਹਦਾ ਆਨਸਰ ਵੀ ਫੋਰਥ ਬਣ ਰਿਹਾ ਹੈਗਾ। ਅਗਲੀ ਗੱਲ ਕਰਦਾ ਹੈ 5ਵੇਂ ਕੁਐਸਚਨ ਦੇ ਵਿੱਚ, ਇੱਕ ਬੱਚਾ ਦਲੀਲ ਦਿੰਦਾ ਹੈ ਕਿ ਤੁਸੀਂ ਮੇਰੇ ਲਈ ਇਹ ਕਰਦੇ ਹੋ ਤੇ ਮੈਂ ਤੁਹਾਡੇ ਲਈ ਇਹ ਕਰਾਂਗਾ। ਇਹ ਬੱਚਾ ਕੋਹਲਬਰਗ ਦੀ ਨੈਤਿਕ ਵਿਕਾਸ ਦੀ ਕਿਸ ਅਵਸਥਾ ਦੇ ਵਿੱਚ ਹੈ? ਚੰਗੀ ਕੁੜੀ ਚੰਗਾ ਮੁੰਡਾ ਦੀ ਅਵਸਥਾ, ਸਮਾਜਿਕ ਇਕਰਾਰਨਾਮੇ ਦੀ ਅਵਸਥਾ, ਵਿਅਕਤੀਗਤ ਅਤੇ ਵਟਾਂਦਰੇ ਦੀ ਅਵਸਥਾ, ਸਜ਼ਾ ਅਤੇ ਆਗਿਆਕਾਰੀ ਅਵਸਥਾ। ਤਾਂ ਇਹਦੇ ਵਿੱਚ ਕੀ ਕਹਿੰਦਾ ਬੱਚਾ? ਤੁਸੀਂ ਮੇਰੇ ਲਈ ਇਹ ਕਰੋ, ਕਿਉਂਕਿ ਆਪਾਂ ਲਾਰੈਂਸ ਕੋਲਬਰਗ ਦਾ ਜਿਹੜਾ ਪੂਰਵ ਪਰੰਪਰਾਗਤ ਦਾ ਸਿਧਾਂਤ ਦੇਖਦੇ ਹੈਗੇ, ਤਾਂ ਪੂਰਾ ਪਰੰਪਰਾਗਤ ਦੇ ਵਿੱਚ ਉਹ ਕੀ ਕਰਦਾ ਹੈਗਾ? ਪਹਿਲੀ ਗੱਲ ਤਾਂ 4 ਤੋਂ ਲੈ ਕੇ 10 ਸਾਲ ਦੀ ਅਵਸਥਾ ਦੇ ਵਿੱਚ ਅਸੀਂ ਇਹਨੂੰ ਮੰਨਦੇ ਹੁੰਦੇ ਹਾਂ। ਪਹਿਲੀ ਮੰਨੀ ਸੀ ਸਜ਼ਾ ਤੇ ਆਗਿਆਕਾਰਤਾ। ਦੂਸਰੀ ਆਪਾਂ ਕੀ ਕੀਤੀ ਸੀ? ਇੰਡੀਵਿਜੂਅਲਿਜ਼ਮ ਐਂਡ ਐਕਸਚੇਂਜ ਦੀ ਭਾਵਨਾ, ਮਤਲਬ ਵਿਅਕਤੀਗਤ ਅਤੇ ਵਟਾਂਦਰੇ ਦੀ ਭਾਵਨਾ। ਤਾਂ ਬੱਚਾ ਉਹ ਕਹਿੰਦਾ ਵੀ ਤੁਸੀਂ ਮੇਰੇ ਨੂੰ ਇਹ ਚੀਜ਼ ਦਿਓ, ਮੈਂ ਤੁਹਾਡੇ ਨੂੰ ਇਹ ਚੀਜ਼ ਦੇਵਾਂਗਾ, ਤੁਸੀਂ ਮੇਰੇ ਲਈ ਇਹ ਕਰੋ ਤਾਂ ਮੈਂ ਤੁਹਾਡੇ ਲਈ ਕਰਾਂਗਾ, ਮਤਲਬ ਤੁਸੀਂ ਪਹਿਲਾਂ ਉਹਨੂੰ ਅਦਾਨ ਕਰੋ ਫਿਰ ਉਹ ਤੁਹਾਨੂੰ ਪ੍ਰਦਾਨ ਕਰੂਗਾ। ਤਾਂ ਇਹਦੇ ਅਕੋਰਡਿੰਗ ਆਨਸਰ ਕੀ ਬਣਦਾ ਹੈਗਾ? ਇਹਦੇ ਅਕੋਰਡਿੰਗ ਆਨਸਰ ਬਣ ਰਿਹਾ ਇਹਦਾ 3 ਆਨਸਰ, 5th ਦਾ 3 ਆਨਸਰ। ਨੈਕਸਟ ਹੈ ਕੁਐਸਚਨ, ਕੋਹਲਬਰਗ ਦੇ ਅਨੁਸਾਰ ਕਿਹੜਾ ਪੱਧਰ ਜਾਂ ਕਿਹੜਾ ਚਰਨ ਨੈਤਿਕਤਾ ਗੈਰ ਮੌਜੂਦਗੀ ਨੂੰ ਦਰਸਾਉਂਦਾ ਹੈ? ਵੈਸੇ ਤਾਂ ਦੇਖੋ 0 ਤੋਂ ਲੈ ਕੇ ਜਿਹੜੇ 4 ਸਾਲ ਦੇ ਬੱਚੇ ਨੇ ਜਾਂ 4 ਸਾਲ ਤੋਂ ਘੱਟ ਬੱਚੇ ਨੇ, ਉਹਦੇ ਅਕੋਰਡਿੰਗ ਲਾਰੈਂਸ ਕੋਲਬਰਗ ਇਹ ਕਹਿੰਦਾ ਸੀਗਾ ਵੀ ਇਹਦੇ ਵਿੱਚ ਬੱਚਿਆਂ ਦੇ ਅੰਦਰ ਨੈਤਿਕਤਾ ਜਿਹੜੀ ਨਹੀਂ ਪਾਈ ਜਾਂਦੀ, 4 ਸਾਲ ਤੋਂ ਘੱਟ ਬੱਚਿਆਂ ਦੇ ਵਿੱਚ ਨੈਤਿਕਤਾ ਨਹੀਂ ਪਾਈ ਜਾਂਦੀ। ਪਰ ਇਹਨਾਂ ਦੇ ਵਿੱਚੋਂ ਅਸੀਂ ਆਨਸਰ ਦੇਣਾ ਹੈਗਾ ਤਾਂ ਗੈਰ ਮੌਜੂਦਗੀ ਨੂੰ ਕਿਹੜਾ ਦਿਖਾਉਂਦਾ ਹੈਗਾ? ਹੁਣ ਸਾਨੂੰ ਪਤਾ ਵੀ ਜਿਹੜੇ 4 ਸਾਲ ਤੋਂ ਲੈ ਕੇ 7 ਸਾਲ ਦੇ ਬੱਚੇ ਹੁੰਦੇ ਨੇ ਉਹਨਾਂ ਦੇ ਅੰਦਰ ਬਾਕੀ ਲੈਵਲਸ ਦੇ ਅਕੋਰਡਿੰਗ, ਬਾਕੀ ਪੱਧਰਾਂ ਦੇ ਅਕੋਰਡਿੰਗ ਜਿਹੜੀ ਹੈ ਉਹ ਨੈਤਿਕਤਾ ਕਾਫੀ ਲੋ ਲੈਵਲ ਦੀ ਪਾਈ ਜਾਂਦੀ ਹੈ। ਤਾਂ ਇੱਥੇ ਪੂਰਵ ਰਵਾਇਤੀ ਪੱਧਰ, ਰਵਾਇਤੀ ਪੱਧਰ, ਪੋਸਟ ਰਵਾਇਤੀ ਪੱਧਰ ਜਾਂ ਉਪਰੋਕਤ ਸਾਰੇ। ਤਾਂ ਅਸੀਂ ਉਪਰੋਕਤ ਸਾਰੇ ਤਾਂ ਨਹੀਂ ਕਹਿ ਸਕਦੇ ਹੈਗੇ, ਤੇ ਨਾ ਹੀ ਅਸੀਂ ਇਹ ਕਹਿ ਸਕਦੇ ਵੀ ਪੋਸਟ ਰਵਾਇਤੀ ਪੱਧਰ ਦੇ ਵਿੱਚ ਜਾਂ ਪੋਸਟ ਕਨਵੈਨਸ਼ਨਲ ਲੈਵਲ ਦੇ ਵਿੱਚ ਬੱਚਿਆਂ ਦੇ ਅੰਦਰ ਜਿਹੜੀ ਨੈਤਿਕਤਾ ਪਾਈ ਜਾਂਦੀ ਹੈ, ਕਿਉਂਕਿ ਉਹਦੇ ਵਿੱਚ ਪਾਈ ਜਾਂਦੀ ਹੈ, ਠੀਕ ਹੈ। ਤੇ ਰਵਾਇਤੀ ਪੱਧਰ ਦੇ ਵਿੱਚ ਤਾਂ ਨੈਤਿਕਤਾ ਦਾ ਇੱਕ ਉੱਚ ਲੈਵਲ ਹੁੰਦਾ ਹੈ। ਤਾਂ ਇਹਦੇ ਅਕੋਰਡਿੰਗ ਆਨਸਰ ਜਿਹੜਾ ਬਣਨਾ ਹੈਗਾ ਉਹ ਬਣਨਾ ਹੈ ਫਸਟ ਆਨਸਰ, ਪੂਰਵ ਰਵਾਇਤੀ ਪੱਧਰ, ਜਿਹਨੂੰ ਅਸੀਂ ਪ੍ਰੀ ਕਨਵੈਨਸ਼ਨਲ ਸਟੇਜ ਦਾ ਨਾਮ ਦੇ ਦਿੰਦੇ ਹਾਂ। ਨੈਕਸਟ ਕੁਐਸਚਨ ਹੈ, ਕੋਹਲਬਰਗ ਦੇ ਸਿਧਾਂਤ ਦੀ ਮੁੱਖ ਆਲੋਚਨਾ ਕੀ ਹੈ? ਫਸਟ ਆਪਸ਼ਨ ਹੈ ਸਿਧਾਂਤ ਨੂੰ ਬਿਨਾਂ ਕਿਸੇ ਗਿਆਨ ਦੇ ਆਧਾਰ ਤੇ ਪੇਸ਼ ਕੀਤਾ ਗਿਆ। ਨਹੀਂ, ਬਹੁਤ ਸਟੱਡੀ ਕੀਤੀ ਸੀ ਇਹਨੇ ਤਾਂ ਆਪਣੇ ਸਿਧਾਂਤ ਦਾ ਨਿਰਮਾਣ ਕੀਤਾ ਹੈਗਾ। ਨੈਤਿਕ ਵਿਕਾਸ ਦੇ ਸਪਸ਼ਟ ਪੜਾਵਾਂ ਦਾ ਜ਼ਿਕਰ ਨਹੀਂ ਕੀਤਾ, ਬਿਲਕੁਲ ਗਲਤ ਗੱਲ ਹੈ, ਪੂਰੇ ਇਹਨੇ ਪੜਾਅ ਦੇ ਵਿੱਚ ਨਿਰਧਾਰਿਤ ਕੀਤੇ ਨੇ। ਕੋਹਲਬਰਗ ਨੇ ਪ੍ਰਸਤਾਵ ਦਿੱਤਾ ਕਿ ਨੈਤਿਕਤਾ ਤਰਕਸ਼ੀਲਤਾ ਵਿਕਾਸ ਹੈ। ਨਹੀਂ, ਇਹ ਵੀ ਆਨਸਰ ਨਹੀਂ ਬਣ ਰਿਹਾ ਇਹਦਾ। ਫੋਰਥ ਕਹਿ ਰਿਹਾ ਕੋਹਲਬਰਗ ਦਾ ਮਰਦਾਂ ਅਤੇ ਔਰਤਾਂ ਦੇ ਨੈਤਿਕ ਤਰਕ ਵਿੱਚ ਸੱਭਿਆਚਾਰਕ ਅੰਤਰਾਂ ਨੂੰ ਕੋਈ ਮਹੱਤਵ ਨਹੀਂ ਦਿੱਤਾ ਗਿਆ। ਹੁਣ ਕਾਰਲ ਗਿਲਗਨ ਹੈ ਜਿਹੜੀ ਇਹਦੀ ਸਹਾਇਕ ਸੀ, ਉਹ ਇਹੀ ਗੱਲ ਕਹਿ ਰਹੀ ਸੀ ਵੀ ਇਹਨੇ ਕਈ ਪੱਖਾਂ ਤੋਂ ਧਿਆਨ ਨਹੀਂ ਦਿੱਤਾ ਹੈਗਾ। ਜਿਵੇਂ ਇਹਦੇ ਵਿੱਚ ਲਿੰਗ ਦੀ ਗੱਲ ਕੀਤੀ ਸੀ ਵੀ ਲਿੰਗੀ ਤੌਰ ਤੇ ਉਹ ਬਾਇਸਡ ਹੋ ਗਿਆ ਸੀਗਾ, ਤੇ ਉਹਨੇ ਸੰਸਕ੍ਰਿਤੀ ਤੇ ਸੱਭਿਆਚਾਰ ਦਾ ਕੋਈ ਉਹ ਨਹੀਂ ਦਿੱਤਾ ਹੈਗਾ ਇਹਦੇ ਵਿੱਚ, ਮਤਲਬ ਉਹ ਸੰਸਕ੍ਰਿਤੀ ਤੇ ਸੱਭਿਆਚਾਰ ਦੇ ਅੰਤਰਾਂ ਨੂੰ ਵੀ ਸਮਝ ਨਹੀਂ ਸਕਿਆ ਵੀ ਉਹਨਾਂ ਸੱਭਿਆਚਾਰਾਂ ਤੇ ਸੰਸਕ੍ਰਿਤੀ ਦੇ ਅਨੁਸਾਰ ਜਿਹੜੀ ਨੈਤਿਕਤਾ ਕੀ ਉਹ ਅਲੱਗ-ਅਲੱਗ ਹੋ ਸਕਦੀ ਹੈ। ਤਾਂ ਇਹਦੇ ਅਨੁਸਾਰ ਆਨਸਰ ਜਿਹੜਾ ਬਣਨਾ ਹੈਗਾ ਉਹ ਬਣਨਾ ਹੈ ਫੋਰਥ ਆਨਸਰ। ਨੈਕਸਟ ਕੁਐਸਚਨ ਵੱਲ ਵੱਧਦੇ ਹਾਂ ਆਪਾਂ। eighth ਨੰਬਰ ਕੁਐਸਚਨ, ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਜੋੜਾ ਸਹੀ ਮੇਲ ਖਾਂਦਾ ਹੈ? ਤਾਂ ਇਹਦੇ ਵਿੱਚ ਅਸੀਂ ਦੇਖਣਾ ਵੀ ਕਿਹੜਾ ਜੋੜਾ ਸਹੀ ਮੇਲ ਖਾਂਦਾ ਹੈਗਾ। ਪੂਰਤ ਰਵਾਇਤੀ ਪੱਧਰ, ਪ੍ਰੀ ਕਨਵੈਨਸ਼ਨਲ ਸਟੇਜ ਦੇ ਲੈਵਲ ਦੀ ਉਮਰ ਇਹਨੇ ਦੱਸੀ ਹੈ 4 ਤੋਂ ਲੈ ਕੇ 10 ਸਾਲ। ਰਵਾਇਤੀ ਪੱਧਰ ਦੀ ਉਮਰ ਦੱਸੀ ਹੈ 10 ਸਾਲ ਤੋਂ ਲੈ ਕੇ 13 ਸਾਲ। ਪੋਸਟ ਰਵਾਇਤੀ ਦੀ 13 ਸਾਲ ਤੋਂ ਅੱਗੇ ਦੱਸੀ ਹੈ। ਜਾਂ ਉਪਰੋਕਤ ਸਾਰੇ। ਕੀ ਤੁਹਾਡੇ ਅਕੋਰਡਿੰਗ ਇਹ ਬਿਲਕੁਲ ਸਹੀ ਆਨਸਰ ਨੇ ਸਾਰੇ? ਉਪਰੋਕਤ ਸਾਰੇ ਆਨਸਰ ਬਣੂਗਾ। ਤਾਂ ਅਸੀਂ ਦੇਖਦੇ ਹਾਂ ਵੀ ਜਿਹੜੀ ਪ੍ਰੀ ਕਨਵੈਨਸ਼ਨਲ ਸਟੇਜ ਹੈ ਉਹ 4 ਤੋਂ ਲੈ ਕੇ 10 ਸਾਲ ਦੀ ਆਉਂਦੀ ਹੈ। ਜਿਹੜੀ ਕਨਵੈਨਸ਼ਨਲ ਸਟੇਜ ਹੈ ਉਹ 10 ਸਾਲ ਤੋਂ ਲੈ ਕੇ 18 ਸਾਲ ਤੱਕ ਦੀ ਅਸੀਂ ਮੰਨਦੇ ਹਾਂ, ਤੇ ਇਹਨੂੰ 18 ਸਾਲ ਤੋਂ ਅਸੀਂ ਅੱਗੇ ਦੀ ਮੰਨਦੇ ਹੈਗੇ। ਤਾਂ ਇਹਦੇ ਅਨੁਸਾਰ ਜਿਹੜਾ ਆਨਸਰ ਬਣਨਾ ਚਾਹੀਦਾ ਉਹ ਬਣਨਾ ਚਾਹੀਦਾ ਫਸਟ ਆਨਸਰ। 9ਵੇਂ ਕੁਐਸਚਨ ਤੇ ਆਉਂਦੇ ਆਪਾਂ। ਇੱਕ ਬੱਚਾ ਦਲੀਲ ਪੇਸ਼ ਕਰਦਾ ਹੈ ਉਸਨੂੰ ਦਵਾਈਆਂ ਦੀ ਚੋਰੀ ਨਹੀਂ ਕਰਨੀ ਚਾਹੀਦੀ, ਕਿਉਂਕਿ ਜੇਕਰ ਉਹ ਅਜਿਹਾ ਕਰਦਾ ਹੈ ਤਾਂ ਉਸਨੂੰ ਫੜ ਲਿਆ ਜਾਵੇਗਾ ਅਤੇ ਜੇਲ੍ਹ ਭੇਜ ਦਿੱਤਾ ਜਾਵੇਗਾ। ਕੋਹਲਬਰਗ ਦੇ ਅਨੁਸਾਰ ਇਹ ਬੱਚਾ ਨੈਤਿਕ ਵਿਕਾਸ ਦੀ ਕਿਸ ਅਵਸਥਾ ਦੇ ਵਿੱਚ ਹੈ? ਕਿਉਂਕਿ ਬੱਚਾ ਦੇਖੋ ਹੁਣ ਕੀ ਗੱਲ ਕਰ ਰਿਹਾ ਵੀ ਜੇ ਉਹਨੂੰ ਫੜ ਲਿਆ ਗਿਆ, ਚੋਰੀ ਕਰੀ ਉਹਨੇ, ਤਾਂ ਉਹਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ। ਇੱਕ ਬੱਚਾ ਗੱਲ ਕਰ ਰਿਹਾ ਹੈਗਾ, ਤਾਂ ਉਹ ਵਿਆਪਕ ਨੈਤਿਕ ਵਿਕਾਸ ਦੀ ਸਟੇਜ ਦੇ ਵਿੱਚ ਹੈ, ਯੂਨੀਵਰਸਲ ਸਟੇਜ ਦੇ ਵਿੱਚ ਹੈ। ਚੰਗੀ ਕੁੜੀ ਜਾਂ ਚੰਗਾ ਮੁੰਡਾ ਦੀ ਅਵਸਥਾ ਦੇ ਵਿੱਚ ਹੈ ਉਹ। ਸਮਾਜਿਕ ਇਕਰਾਰਨਾਮੇ ਦੀ ਸਥਿਤੀ ਦੇ ਵਿੱਚ ਹੈ ਉਹ। ਸਜ਼ਾ ਅਤੇ ਆਗਿਆਕਾਰੀ ਦਿਸ਼ਾ ਨਿਰਦੇਸ਼ ਬੱਚੇ ਦੀ ਅਵਸਥਾ ਦੇ ਵਿੱਚ ਆਉਂਦਾ ਉਹ। ਤਾਂ ਇੱਥੇ ਦੇਖੋ ਉਹਨੂੰ ਪਤਾ ਹੈ ਵੀ ਜੇ ਉਹਨੂੰ ਫੜ ਲਿਆ ਗਿਆ ਤਾਂ ਉਹਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ,
ਠੀਕ ਹੈ। ਤਾਂ ਇਹਦਾ ਮਤਲਬ ਕੀ ਹੈ, ਬੱਚਾ ਸਜ਼ਾ ਦੇ ਡਰ ਵਜੋਂ ਆਪਣੀ ਨੈਤਿਕਤਾ ਦਾ ਪ੍ਰਦਰਸ਼ਨ ਕਰੇਗਾ। ਉਹਨੂੰ ਦਵਾਈਆਂ ਦੀ ਚੋਰੀ ਨਹੀਂ ਕਰਨੀ ਚਾਹੀਦੀ। ਜਦੋਂ ਲਾਰੈਂਸ ਕੋਲਬਰਗ ਨੇ ਇਸ ਪਰਟੀਕੂਲਰ ਉਮਰ ਦੇ ਬੱਚਿਆਂ ਨੂੰ ਸਵਾਲ ਪੁੱਛਿਆ ਤਾਂ ਉਹਨਾਂ ਨੇ ਆਨਸਰ ਦਿੱਤਾ ਵੀ ਉਹਨੂੰ ਚੋਰੀ ਜਿਹੜੀ ਸੀ ਉਹ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਫਿਰ ਉਹਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ। ਇਹਦੇ ਅਨੁਸਾਰ ਆਨਸਰ ਬਣਦਾ 4th, ਸਜ਼ਾ ਅਤੇ ਆਗਿਆਕਾਰੀ ਦਿਸ਼ਾ ਨਿਰਦੇਸ਼ ਬੱਚੇ। 10 ਨੰਬਰ ਕੁਐਸਚਨ ਤੇ ਆਨੇ ਆਪਾਂ। ਕੋਲਬਰਗ ਦੇ ਅਨੁਸਾਰ ਇੱਕ ਬੱਚਾ ਨੈਤਿਕ ਵਿਕਾਸ ਦੇ ਕਿਸ ਪੱਧਰ ਵਿੱਚ ਨੈਤਿਕ ਮੁੱਲਾਂ ਦਾ ਅੰਦਰੂਨੀ ਨੈਤਿਕ ਵਿਕਾਸ ਨਹੀਂ ਕਰਦਾ ਅਤੇ ਬੱਚੇ ਦਾ ਨੈਤਿਕ ਵਿਕਾਸ ਇਨਾਮ ਅਤੇ ਸਜ਼ਾ ਦੁਆਰਾ ਨਿਯੰਤਰਿਤ ਹੁੰਦਾ ਹੈ। ਬਿਲਕੁਲ ਸਿੰਪਲ ਗੱਲ ਹੈ। ਦੇਖੋ ਕਾਫੀ ਕੁਐਸਚਨ ਆਪਾਂ ਇਹਦੇ ਬਾਰੇ ਕਰ ਚੁੱਕੇ ਹਾਂ। ਪੂਰਵ ਪਰੰਪਰਾਗਤ, ਪਰੰਪਰਾਗਤ, ਪੋਸਟ ਪਰੰਪਰਾਗਤ, ਜਾਂ ਜਿਹਨੂੰ ਅਸੀਂ ਬੋਲ ਦਿੰਦੇ ਹਾਂ ਪੋਸਟ ਕਨਵੈਨਸ਼ਨਲ ਸਟੇਜ ਜਾਂ ਉਪਰੋਕਤ ਸਾਰੇ। ਦੇਖੋ ਉਪਰੋਕਤ ਸਾਰੇ ਦਾ ਆਨਸਰ ਇਹਦਾ ਨਹੀਂ ਬਣ ਸਕਦਾ ਹੈਗਾ। ਪੋਸਟ ਪੱਧਰ ਦੇ ਵਿੱਚ ਜਿਹੜਾ ਬੱਚਾ ਹੈਗਾ ਉਹ ਸੁਤੰਤਰ ਰੂਪ ਦੇ ਵਿੱਚ, ਬਾਲਕ ਜਿਹੜਾ ਹੈਗਾ ਸੁਤੰਤਰ ਰੂਪ ਦੇ ਵਿੱਚ ਆਪਣੀ ਨੈਤਿਕਤਾ ਦਾ ਪ੍ਰਦਰਸ਼ਨ ਕਰਦਾ ਹੈ। ਪਰੰਪਰਾਗਤ ਪੱਧਰ ਦੇ ਵਿੱਚ ਜਿਹੜਾ ਬਾਲਕ ਹੈ ਉਹ ਸਮਾਜ ਦੇ ਅਨੁਸਾਰ ਆਪਣੀ ਨੈਤਿਕਤਾ ਪ੍ਰਦਰਸ਼ਨ ਕਰਦਾ ਹੈ, ਤੇ ਇੱਥੇ ਉਹ ਆਪਣੇ ਪਰਿਵਾਰ ਦੇ ਅਨੁਸਾਰ ਜਾਂ ਆਪਣੇ ਆਲੇ ਦੁਆਲੇ ਦੇ ਅਨੁਸਾਰ ਆਪਣੀ ਨੈਤਿਕਤਾ ਦਾ ਪ੍ਰਦਰਸ਼ਨ ਕਰਦਾ ਹੈ, ਜਿਹਦੇ ਵਿੱਚ ਉਹ ਸਜ਼ਾ ਦੇ ਡਰ ਵਜੋਂ, ਜਾਂ ਫਿਰ ਉਹ ਆਗਿਆਕਾਰਤਾ ਵਜੋਂ, ਜਾਂ ਫਿਰ ਉਹ ਇਨਾਮ ਦੇ ਵਜੋਂ ਆਪਣੀ ਨੈਤਿਕਤਾ ਦਾ ਪ੍ਰਦਰਸ਼ਨ ਜਿਹੜਾ ਉਹ ਕਰਦਾ ਹੈਗਾ। ਤਾਂ ਇਹਦੇ ਅਨੁਸਾਰ ਆਨਸਰ ਕੀ ਬਣੂਗਾ, ਇਹਦਾ ਫਸਟ ਆਨਸਰ। ਨੈਕਸਟ ਕੁਐਸਚਨ ਤੇ ਚੱਲਦੇ ਆਪਾਂ। ਕੋਲਬਰਗ ਦੇ ਨੈਤਿਕ ਵਿਕਾਸ ਦੇ ਸੰਬੰਧ ਵਿੱਚ ਕਿਹੜਾ ਕਥਨ ਸਹੀ ਹੈ? ਉਸ ਦੇ ਅਨੁਸਾਰ ਬੱਚਾ ਇੱਕ ਨੈਤਿਕ ਦਾਰਸ਼ਨਿਕ ਹੈ। ਇਹ ਸਿਧਾਂਤ ਬੌਧਾਤਮਕ ਪਰਿਪੱਕਤਾ ਅਤੇ ਨੈਤਿਕ ਪਰਿਪੱਕਤਾ ਨਾਲ ਸੰਬੰਧ ਦੇ ਵਿੱਚ ਸਹਿਯੋਗ ਦਾ ਸਮਰਥਨ ਕਰਦਾ ਹੈ। ਇਸ ਸਿਧਾਂਤ ਵਿੱਚ ਵਿਸਤ੍ਰਿਤ ਜਾਂਚ ਪ੍ਰਕਿਰਿਆਵਾਂ ਹਨ। ਇਹ ਨੈਤਿਕ ਤਰਕ ਅਤੇ ਕਿਰਿਆ ਦੇ ਵਿਚਕਾਰ ਸਪਸ਼ਟ ਸੰਬੰਧ ਸਥਾਪਿਤ ਕਰਦਾ ਹੈ। ਤਾਂ ਇਹਦੇ ਅਨੁਸਾਰ ਆਨਸਰ ਜਿਹੜਾ ਬਣਦਾ ਇਹ 4 ਬਣਦਾ ਹੈ। ਉਹ ਕਹਿੰਦਾ ਵੀ ਇਹ ਨੈਤਿਕ ਤਰਕ ਅਤੇ ਕਿਰਿਆ ਦੇ ਵਿਚਕਾਰ ਇੱਕ ਸਪਸ਼ਟ ਸੰਬੰਧ ਸਥਾਪਿਤ ਕਰਦਾ ਹੈ। ਕਿਰਿਆ ਜਿਹੜਾ ਕੰਮ ਅਸੀਂ ਕਰਦੇ ਹਾਂ, ਜਿਹੜਾ ਉਹਨੇ ਤਰਕ ਦੇ ਵਿੱਚ ਦੱਸਿਆ ਸੀਗਾ, ਉਹਨਾਂ ਦੋਨਾਂ ਦੇ ਵਿਚਕਾਰ ਇਹ ਇੱਕ ਸਪਸ਼ਟ ਸੰਬੰਧ ਬਣਾਉਣ ਦੀ ਗੱਲ ਕਰਦਾ ਹੈਗਾ ਵੀ ਜਦੋਂ ਅਸੀਂ ਕੋਈ ਐਕਸ਼ਨ ਕਰਾਂਗੇ, ਠੀਕ ਹੈ, ਤੇ ਉਹਨੇ ਸਭ ਤੋਂ ਪਹਿਲਾਂ ਤਰਕ ਦੱਸਿਆ ਸੀ ਇਹਦਾ, ਤੇ ਜਦੋਂ ਅਸੀਂ ਕੋਈ ਐਕਸ਼ਨ ਕਰਾਂਗੇ ਤਾਂ ਉਹਨਾਂ ਦੋਨਾਂ ਵਿਚਕਾਰ ਕੀ ਹੋਊਗਾ, ਇੱਕ ਸੰਬੰਧ ਸਪਸ਼ਟ ਹੁੰਦਾ ਹੈ। ਤਾਂ 11 ਦਾ ਆਨਸਰ ਬਣ ਰਿਹਾ 4th। 12 ਨੰਬਰ ਕੁਐਸਚਨ ਦੀ ਗੱਲ ਕਰਦਾ ਉਹ। ਕੋਲਬਰਗ ਦੇ ਨੈਤਿਕ ਵਿਕਾਸ ਦਾ ਉਹ ਕਿਹੜਾ ਪੱਧਰ ਹੈ ਜਿਸ ਵਿੱਚ ਵਿਅਕਤੀ ਦਾ ਫੈਸਲਾ ਦੂਸਰਿਆਂ ਦੀ ਪ੍ਰਵਾਨਗੀ, ਪਰਿਵਾਰਕ ਇੱਛਾਵਾਂ, ਰਵਾਇਤੀ ਕਦਰਾਂ ਕੀਮਤਾਂ ਅਤੇ ਸਮਾਜ ਤੇ ਆਧਾਰਿਤ ਹੁੰਦਾ ਹੈ? ਦੂਸਰੇ ਦੀਆਂ ਪ੍ਰਵਾਨਗੀਆਂ, ਪਰਿਵਾਰਿਕ ਇੱਛਾਵਾਂ, ਰਵਾਇਤੀ ਕਦਰਾਂ ਕੀਮਤਾਂ ਅਤੇ ਸਮਾਜ ਤੇ ਆਧਾਰਿਤ ਹੁੰਦਾ ਹੈ। ਤਾਂ ਸਾਨੂੰ ਪਤਾ ਹੈ ਵੀ ਰਵਾਇਤੀ ਕਦਰਾਂ ਕੀਮਤਾਂ ਮਤਲਬ ਸਮਾਜ ਦੀਆਂ ਜਿਹੜੀ ਰਵਾਇਤੀ ਕਦਰਾਂ ਕੀਮਤਾਂ ਚੱਲਦੀਆਂ ਆ ਰਹੀਆਂ ਨੇਗੀਆਂ, ਕਿਉਂਕਿ ਸਮਾਜ ਦੇ ਵਿੱਚ ਹੁੰਦੀਆਂ ਸਾਰੀਆਂ ਕਦਰਾਂ ਕੀਮਤਾਂ, ਇਹ ਸੰਸਕ੍ਰਿਤੀ ਸਾਡਾ ਰੀਤੀ ਰਿਵਾਜ ਜੋ ਵੀ ਨੇ, ਤਾਂ ਇਹ ਸਮਾਜ ਦੇ ਆਧਾਰਿਤ ਹੈ। ਤਾਂ ਸਾਨੂੰ ਪਤਾ ਵੀ ਬੱਚਾ ਜਿਹੜਾ ਸਮਾਜ ਦੇ ਅਨੁਸਾਰ ਆਪਣੀ ਨੈਤਿਕਤਾ ਦਾ ਜਿਹੜਾ ਪ੍ਰਦਰਸ਼ਨ ਕਰਦਾ ਉਹ ਕਿਹੜੀ ਸਟੇਜ ਦੇ ਵਿੱਚ ਆ ਕੇ ਕਰਦਾ ਹੁੰਦਾ ਹੈ? ਕੀ ਉਹ ਪੂਰਵ ਰਵਾਇਤੀ ਕਾਲ 'ਚ ਕਰਦਾ ਹੈ, ਜਾਂ ਰਵਾਇਤੀ ਪੱਧਰ ਦੇ ਵਿੱਚ ਕਰਦਾ ਹੈ, ਜਾਂ ਉਹ ਪੋਸਟ ਕਨਵੈਨਸ਼ਨਲ ਸਟੇਜ ਦੇ ਵਿੱਚ ਕਰਦਾ ਹੈ ਉਪਰੋਕਤ ਸਾਰੇ ਤਾਂ ਦੇਖੋ ਆਨਸਰ ਨਹੀਂ ਬਣ ਸਕਦਾ ਇਹਦਾ। ਤਾਂ ਸਾਨੂੰ ਪਤਾ ਹੈ ਵੀ ਇਹਦਾ ਆਨਸਰ ਬਣੂਗਾ 2nd, ਕਿਉਂਕਿ ਇਹਨੂੰ ਅਸੀਂ ਮੰਨਦੇ ਹਾਂ ਕਨਵੈਨਸ਼ਨਲ ਸਟੇਜ। ਸਾਨੂੰ ਪਤਾ ਵੀ ਕਨਵੈਨਸ਼ਨਲ ਸਟੇਜ ਦੇ ਵਿੱਚ ਆ ਕੇ ਜਿਹੜਾ ਬੱਚਾ ਹੈਗਾ ਆਪਣੀ ਉਹ ਮੋਰਲਿਟੀ ਦਾ ਪ੍ਰਦਰਸ਼ਨ ਕਰਦਾ, ਕਿਸ ਆਧਾਰ ਤੇ ਕਰਦਾ, ਉਹ ਸਮਾਜ ਦੇ ਆਧਾਰ ਤੇ ਕਰਦਾ ਹੁੰਦਾ ਹੈਗਾ। ਤੇ ਇਹਦਾ ਆਨਸਰ ਬਣਦਾ ਜੀ 2 ਨੰਬਰ ਆਨਸਰ ਰਵਾਇਤੀ ਪੱਧਰ। 13 ਨੰਬਰ ਕੁਐਸਚਨ ਦੇਖਦੇ ਹਾਂ ਆਪਾਂ। ਜੇ ਤੁਹਾਨੂੰ ਇਹਦਾ ਆਨਸਰ ਪਤਾ ਹੈਗਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਵੀ ਆਨਸਰ ਕਰ ਸਕਦੇ ਹੋ। 13ਵਾਂ ਕੁਐਸਚਨ ਜਿਹੜਾ ਕੋਲਬਰਗ ਦੀ ਥਿਊਰੀ ਦੇ ਨਾਲ ਸੰਬੰਧਿਤ ਹੈ। ਕੋਲਬਰਗ ਨੇ ਨੈਤਿਕ ਵਿਕਾਸ ਦਾ ਕਿਹੜਾ ਪੱਧਰ ਨਹੀਂ ਦੱਸਿਆ ਹੈ? ਤਾਂ ਉਹਨੇ ਕਿਹੜੇ ਪੱਧਰ ਦੱਸੇ ਨੇ? ਪੂਰਵ ਪਰੰਪਰਾਗਤ ਬਿਲਕੁਲ ਦੱਸਿਆ, ਪਰੰਪਰਾਗਤ ਬਿਲਕੁਲ ਦੱਸਿਆ, ਰਵਾਇਤੀ ਪੱਧਰ, ਪੋਸਟ ਰਵਾਇਤੀ ਪੱਧਰ ਜਿਹਨੂੰ ਅਸੀਂ ਪੋਸਟ ਕਨਵੈਨਸ਼ਨਲ ਬੋਲ ਦਿੰਦੇ ਹਾਂ, ਤੇ ਚੌਥਾ ਹੈ ਜੀ ਪੂਰਵ ਕਿਰਿਆਸ਼ੀਲ। ਤਾਂ ਸਾਨੂੰ ਪਤਾ ਵੀ ਪੂਰਵ ਕਿਰਿਆਸ਼ੀਲ ਆਨਸਰ ਜਿਹੜਾ ਇਹਦਾ ਬਿਲਕੁਲ ਸਹੀ ਬਣੇਗਾ, ਕਿਉਂਕਿ ਇਹਨੇ ਪੂਰਵ ਕਿਰਿਆਸ਼ੀਲ ਦੀ ਕੋਈ ਵੀ ਗੱਲ ਜਿਹੜੀ ਉਹ ਇੱਥੇ ਆਪਣੇ ਸਿਧਾਂਤ ਦੇ ਵਿੱਚ ਨਹੀਂ ਕੀਤੀ ਸੀ। 14 ਨੰਬਰ ਕੁਐਸਚਨ ਕੀ ਕਹਿ ਰਿਹਾ? ਕੋਲਬਰਗ ਨੇ ਆਪਣੇ ਨੈਤਿਕ ਵਿਕਾਸ ਦੇ ਸਿਧਾਂਤ ਨੂੰ ਪੇਸ਼ ਕਰਨ ਦੇ ਲਈ ਕਿਸ ਸਮੂਹ ਨੂੰ ਪੇਸ਼ਕਾਰੀ ਦੇ ਲਈ ਵਰਤਿਆ ਹੈ? ਹੁਣ ਇਹ ਕੁਐਸਚਨ ਦਾ ਮਤਲਬ ਕੀ ਹੈ? ਉਹ ਕਹਿੰਦਾ ਵੀ ਇੱਕ ਆਈਡੀਅਲ ਤੌਰ ਤੇ ਇਹਨੇ ਵਰਤਿਆ ਸੀਗਾ ਵੀ ਇਸ ਪਰਟੀਕੂਲਰ ਉਮਰ ਦੇ ਵਿੱਚ ਬੱਚਿਆਂ ਦੇ ਅੰਦਰ ਨੈਤਿਕਤਾ ਜਿਹੜੀ ਹੈ ਉਹ ਉੱਚ ਪੱਧਰ ਤੇ ਪਾਈ ਜਾਂਦੀ ਹੈ। ਨੈਤਿਕਤਾ ਦਾ ਜਿਹੜਾ ਪੱਧਰ ਹੁੰਦਾ ਉਹ ਕਾਫੀ ਉੱਚ ਹੁੰਦਾ ਹੈਗਾ। ਤਾਂ ਉਹਨੇ ਇਹ ਕਿਹੜੀ ਸਟੇਜ ਮੰਨਿਆ ਸੀਗਾ? ਤਾਂ ਇਹ ਦੇਖੋ 3 ਤੋਂ ਲੈ ਕੇ 10 ਸਾਲ ਦੀ ਅਵਸਥਾ ਹੈਗੀ, 2 ਤੋਂ ਲੈ ਕੇ 4 ਸਾਲ ਤੋਂ ਲੈ ਕੇ 10 ਸਾਲ ਦੀ ਅਵਸਥਾ ਹੈ, 10 ਸਾਲ ਤੋਂ ਲੈ ਕੇ 13 ਸਾਲ ਦੀ ਹੈ, ਜਾਂ 10 ਸਾਲ ਤੋਂ ਲੈ ਕੇ 18 ਸਾਲ ਦੀ ਅਵਸਥਾ ਜਿਹੜੀ ਹੈ ਉਹਨੇ ਦੱਸੀ ਸੀ ਇਹਦੇ ਵਿੱਚ। ਠੀਕ ਹੈ, ਤਾਂ ਆਪਾਂ ਨੂੰ ਪਤਾ ਹੈ ਵੀ ਜਿਹੜੀ 10 ਸਾਲ ਤੋਂ ਲੈ ਕੇ 13 ਸਾਲ ਦੀ ਅਵਸਥਾ ਹੈਗੀ, ਇਹਦੇ ਵਿੱਚ ਬੱਚਾ ਜਿਹੜਾ ਹੈਗਾ ਉਹ ਗੁੱਡ ਬॉय ਜਾਂ ਨਾਈਸ ਗਰਲ ਓਰੀਐਂਟੇਸ਼ਨ ਦੇ ਉੱਪਰ ਕੰਮ ਕਰਦਾ ਹੈਗਾ। ਉਹ ਬੱਚਾ ਸਮਾਜ ਦੇ ਵਿੱਚ ਇੱਕ ਚੰਗਾ ਬਾਲਕ ਤੇ ਇੱਕ ਚੰਗੀ ਕੁੜੀ
ਬਣਨ ਦੇ ਲਈ ਇਹ ਜਿਹੇ ਕੰਮ ਕਰਨਾ ਸ਼ੁਰੂ ਕਰਦਾ ਤਾਂ ਕਿ ਉਹਨੂੰ ਲੱਗੇ ਵੀ ਮੈਨੂੰ ਸਮਾਜ ਦੇ ਵਿੱਚ ਇੱਕ ਚੰਗੇ ਨਜ਼ਰੀਏ ਦੇ ਨਾਲ ਦੇਖਿਆ ਜਾ ਸਕੇ। ਤਾਂ ਇਹਦਾ ਆਨਸਰ ਬਣੂਗਾ ਜੀ ਥਰਡ ਆਨਸਰ। ਨੈਕਸਟ ਹੈ 15 ਨੰਬਰ ਕੁਐਸਚਨ। ਕੋਲਬਰਗ ਦੇ ਅਨੁਸਾਰ ਐਲੀਮੈਂਟਰੀ, ਦੇਖੋ ਇੱਥੇ ਐਲੀਮੈਂਟਰੀ ਸਕੂਲ ਦਾ ਲੜਕਾ ਹੇਠਾਂ ਵਿੱਚੋਂ ਕਿਹੜੇ ਦੀ ਪਾਲਣਾ ਕਰਦਾ ਹੈ? ਸਜ਼ਾ, ਹੁਣ ਐਲੀਮੈਂਟਰੀ ਦੇ ਬੱਚੇ ਦੇਖੋ 5th ਕਲਾਸ ਤੱਕ ਦੇ ਬੱਚੇ ਹੁੰਦੇ ਨੇਗੇ, ਮੋਸਟਲੀ ਇਹ ਜ਼ਿਆਦਾ ਤੋਂ ਜ਼ਿਆਦਾ 10 ਜਾਂ ਵੱਧ ਤੋਂ ਵੱਧ 11 ਸਾਲ ਤੱਕ ਦੇ ਬੱਚੇ ਜਿਹੜੇ ਹੁੰਦੇ ਨੇ ਉਹ ਐਲੀਮੈਂਟਰੀ ਦੇ ਵਿੱਚ ਪੜ੍ਹਦੇ ਨੇਗੇ। ਤਾਂ ਕਿਹੜੀ ਮਤਲਬ ਕਿਹੜੇ ਜਿਹੜੇ ਸਟੇਜਸ ਨੇ ਉਹਨਾਂ ਦੀਆਂ ਇਹਦੇ ਵਿੱਚ ਸਹੀ ਹੋਣਗੀਆਂ? ਸਜ਼ਾ ਅਤੇ ਆਗਿਆਕਾਰ ਦੀ ਸਥਿਤੀ, ਵਿਅਕਤੀਗਤ ਅਤੇ ਵਟਾਂਦਰਾ, ਚੰਗੇ ਆਪਸੀ ਸੰਬੰਧ, ਸਮਾਜਿਕ ਇਕਰਾਰਨਾਮਾ ਅਤੇ ਵਿਅਕਤੀਗਤ ਅਧਿਕਾਰ। ਤਾਂ ਸਾਨੂੰ ਪਤਾ ਹੈ ਵੀ ਸਜ਼ਾ ਅਤੇ ਆਗਿਆਕਾਰਤਾ ਦੇ ਵਿੱਚ ਆਊਗਾ, ਵਿਅਕਤੀਗਤ ਅਤੇ ਵਟਾਂਦਰਾ ਵੀ ਇਹਦੇ ਵਿੱਚ ਆਊਗਾ, ਚੰਗੇ ਆਪਸੀ ਸੰਬੰਧ ਇਹਦੇ ਵਿੱਚ ਨਹੀਂ ਆਊਗਾ, ਸਮਾਜਿਕ ਇਕਰਾਰਨਾਮਾ ਅਤੇ ਵਿਅਕਤੀਗਤ ਅਧਿਕਾਰ ਦੇ ਵਿੱਚ ਨਹੀਂ ਆਊਗਾ। ਤਾਂ 1 ਅਤੇ 2, ਸਿਰਫ 1 ਅਤੇ 2, 2 ਅਤੇ 3, 1 2 3 4, 1 3 ਅਤੇ 4। ਤਾਂ ਇਹਦੇ ਅਨੁਸਾਰ ਆਨਸਰ ਜਿਹੜਾ ਬਣਨਾ ਚਾਹੀਦਾ ਉਹ 1 ਅਤੇ 2 ਦਾ ਬਣਨਾ ਚਾਹੀਦਾ। ਤਾਂ 15 ਨੰਬਰ ਦਾ ਆਨਸਰ ਜਿਹੜਾ ਬਣ ਰਿਹਾ ਉਹ ਬਣ ਰਿਹਾ 1 ਅਤੇ 2, ਸਜ਼ਾ ਅਤੇ ਆਗਿਆਕਾਰਤਾ ਦੀ ਸਥਿਤੀ, ਵਿਅਕਤੀਗਤ ਅਤੇ ਵਟਾਂਦਰਾ ਦੀ ਸਥਿਤੀ। 16 ਨੰਬਰ ਦੇ ਵਿੱਚ ਗੱਲ ਕਰਦਾ ਹੈ, ਕੋਲਬਰਗ ਦੇ ਅਨੁਸਾਰ ਅਧਿਆਪਕ ਬੱਚਿਆਂ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਕਿਵੇਂ ਕਰ ਸਕਦੇ ਹਨ ਜਾਂ ਕਿਵੇਂ ਕਰਦੇ ਹਨ? ਤਾਂ ਦੇਖੋ ਕਿਵੇਂ ਵਿਵਹਾਰ ਕਰਨਾ ਹੈ ਇਸ ਬਾਰੇ ਸਖਤ ਨਿਰਦੇਸ਼ ਦੇ ਕੇ। ਜੇ ਹੁਣ ਬੱਚੇ ਨੂੰ ਅਸੀਂ ਇਕੱਲੇ ਨਿਰਦੇਸ਼ ਦੇਵਾਂਗੇ ਤਾਂ ਕੀ ਬੱਚਾ ਆਪਣੇ ਅੰਦਰ ਨੈਤਿਕ ਕਦਰਾਂ ਕੀਮਤਾਂ ਨੂੰ ਅਡਾਪਟ ਕਰ ਲੂਗਾ ਜਾਂ ਬੱਚੇ ਦੇ ਅੰਦਰ ਨੈਤਿਕ ਕਦਰਾਂ ਕੀਮਤਾਂ ਦੀ ਗੱਲ ਚਲੀ ਜਾਊਗੀ? ਤਾਂ ਦੇਖਦੇ ਹਾਂ ਆਨਸਰ ਇਹਦਾ ਸਹੀ ਬਣਦਾ ਕਿ ਨਹੀਂ ਬਣਦਾ ਹੈਗਾ। ਧਾਰਮਿਕ ਸਿੱਖਿਆ ਨੂੰ ਮਹੱਤਤਾ ਦੇ ਕੇ, ਨੈਤਿਕ ਵਿਵਹਾਰ ਦੇ ਸਪਸ਼ਟ ਨਿਯਮ ਬਣਾ ਕੇ, ਨੈਤਿਕ ਮੁੱਦਿਆਂ ਦੇ ਆਧਾਰ ਤੇ ਵਿਚਾਰ ਵਟਾਂਦਰੇ ਦੇ ਵਿੱਚ ਬੱਚਿਆਂ ਨੂੰ ਸ਼ਾਮਲ ਕਰਕੇ। ਤਾਂ ਇਹਦਾ ਆਨਸਰ ਬਿਲਕੁਲ ਸਹੀ ਆਨਸਰ ਜਿਹੜਾ ਬਣਨਾ ਚਾਹੀਦਾ ਉਹ ਬਣਨਾ ਚਾਹੀਦਾ ਨੈਤਿਕ ਮੁੱਦਿਆਂ ਦੇ ਆਧਾਰ ਦੇ ਵਿਚਾਰ ਵਟਾਂਦਰੇ ਦੇ ਵਿੱਚ ਬੱਚਿਆਂ ਨੂੰ ਸ਼ਾਮਲ ਕਰਕੇ ਅਸੀਂ ਬੱਚਿਆਂ ਨੂੰ ਕੀ ਕਰ ਸਕਦੇ ਹੈਗੇ, ਉਹਨਾਂ ਦੇ ਅੰਦਰ ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਜਿਹੜਾ ਉਹ ਕਰ ਸਕਦੇ ਹਾਂ। ਕਦੇ ਵੀ ਅਸੀਂ ਸਖਤ ਨਿਰਦੇਸ਼ ਦੇ ਕੇ ਜਾਂ ਓਨਲੀ ਧਾਰਮਿਕ ਸਿੱਖਿਆ ਨੂੰ ਆਧਾਰ ਬਣਾ ਕੇ, ਠੀਕ ਹੈ, ਜਾਂ ਸਪਸ਼ਟ ਨਿਯਮ ਬਣਾ ਕੇ ਅਸੀਂ ਨੈਤਿਕਤਾ ਜਾਂ ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਬੱਚੇ ਦੇ ਅੰਦਰ ਨਹੀਂ ਕਰ ਸਕਦੇ। ਅੱਗੇ ਕੁਐਸਚਨ ਦੇ ਵੱਧਦੇ ਹਾਂ। ਅਗਲੇ ਕੁਐਸਚਨ ਤੇ 17 ਨੰਬਰ ਕੁਐਸਚਨ, ਕੋਲਬਰਗ ਨੇ ਆਪਣੇ ਨੈਤਿਕ ਵਿਕਾਸ ਦੇ ਸਿਧਾਂਤ ਵਿੱਚ ਕਿਹੜੇ ਪੜਾਵਾਂ ਦਾ ਵਰਣਨ ਕੀਤਾ ਹੈ? ਉਹਨੇ ਦੱਸਿਆ ਆਪਣੇ ਸਿਧਾਂਤ ਦੇ ਵਿੱਚ ਸਜ਼ਾ ਅਤੇ ਆਗਿਆਕਾਰੀ, ਬਿਲਕੁਲ ਸਹੀ ਹੈ। ਚੰਗੀ ਕੁੜੀ ਜਾਂ ਚੰਗੇ ਮੁੰਡੇ ਦੀ ਸਥਿਤੀ ਉਹਨੇ ਦੱਸੀ ਹੈ। ਸਮਾਜਿਕ ਇਕਰਾਰਨਾਮੇ ਦੀ, ਸੋਸ਼ਲ ਕੰਪਰੋਮਾਈਜ਼ ਦੀ ਇਹਨੇ ਗੱਲ ਦੱਸੀ ਹੈ ਜੀ। ਉਪਰੋਕਤ ਸਾਰੇ। ਤਾਂ ਇਹਦਾ ਆਨਸਰ ਬਣਨਾ ਚਾਹੀਦਾ ਬਿਲਕੁਲ ਸਹੀ ਉਪਰੋਕਤ ਸਾਰੇ, ਕਿਉਂਕਿ ਉਹਨੇ ਆਪਣੇ ਸਿਧਾਂਤ ਦੇ ਵਿੱਚ ਇਹਨਾਂ ਸਾਰੇ ਪੜਾਵਾਂ ਦਾ ਜਿਹੜਾ ਵਰਣਨ ਉਹ ਕੀਤਾ ਇੱਥੇ। 18 ਨੰਬਰ ਕੁਐਸਚਨ ਦੀ ਗੱਲ ਕਰਦੇ ਹਾਂ। 9 ਸਾਲ ਦੇ ਬੱਚੇ ਦੀ ਨੈਤਿਕ ਤਰਕ ਦੇ ਆਧਾਰ ਤੇ ਹੁੰਦੀ, ਮਤਲਬ ਉਹਦਾ ਜਿਹੜਾ ਨੈਤਿਕ ਹੁੰਦਾ ਕਿਸ ਤਰਕ ਦੇ ਆਧਾਰ ਤੇ ਹੁੰਦਾ? ਨੈਤਿਕਤਾ ਉਹਦੀ, ਬੱਚੇ ਦੀ ਨੈਤਿਕਤਾ ਕਿਸ ਤਰਕ ਦੇ ਆਧਾਰ ਤੇ ਹੁੰਦੀ ਹੈ? ਇਹ ਕੁਐਸਚਨ ਬਣਨਾ ਚਾਹੀਦਾ। ਕਿਸੇ ਕਿਰਿਆ ਦੇ ਭੌਤਿਕ ਨਤੀਜੇ ਇਸ ਦੇ ਚੰਗੇ ਜਾਂ ਮਾੜੇ ਨੂੰ ਨਿਰਧਾਰਿਤ ਕਰਦੇ ਹਨ। ਉਹਨੂੰ ਪਤਾ ਹੈ ਵੀ ਮੈਂ ਜਿਹੋ ਜਿਹੀ ਕਿਰਿਆ ਕਰੂੰਗਾ, ਠੀਕ ਹੈ, ਤਾਂ ਮੈਨੂੰ ਉਹਦੀ ਸਜ਼ਾ ਮਿਲ ਸਕਦੀ ਹੈ ਜਾਂ ਫਿਰ ਇਹਦੇ ਜਿਹੜੇ ਨਤੀਜੇ ਨਿਕਲ ਸਕਦੇ ਨੇਗੇ। ਸਹੀ ਕੰਮ ਕਰਨਾ ਇਸ ਤੱਥ ਤੇ ਨਿਰਭਰ ਕਰਦਾ ਹੈ ਕਿ ਉਸ ਨਾਲ ਵਿਅਕਤੀ ਦੀਆਂ ਆਪਣੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ। ਨਿਯਮਾਂ ਦੀ ਪਾਲਣਾ ਕਰਨ ਦੇ ਬਦਲੇ ਵਿੱਚ ਕੁਝ ਲਾਭ ਹੋਣਾ ਚਾਹੀਦਾ ਹੈ। ਸਹੀ ਗੱਲ ਇਹ ਹੈ ਕਿ ਉਹ ਵਿਅਕਤੀ ਦੁਆਰਾ ਕੀਤਾ ਜਾਂਦਾ ਹੈ ਅਤੇ ਹੋਰ ਵਿਅਕਤੀਆਂ ਨੂੰ ਉਹਨਾਂ ਦੇ ਵਿਵਹਾਰ ਦੁਆਰਾ ਪ੍ਰਭਾਵਿਤ ਕਰਦਾ ਹੈ। ਹੁਣ 9 ਸਾਲ ਦੇ ਬੱਚੇ ਦੀ ਗੱਲ ਕਰ ਰਿਹਾ ਇੱਥੇ। 9 ਸਾਲ ਦਾ ਬੱਚਾ ਤੁਹਾਨੂੰ ਪਤਾ ਵੀ ਪੂਰਵ ਪਰੰਪਰਾਗਤ ਦੇ ਵਿੱਚ ਹੁੰਦਾ ਹੈ, ਪ੍ਰੀ ਕਨਵੈਨਸ਼ਨ ਦੇ ਵਿੱਚ ਹੁੰਦਾ ਹੈ। ਤਾਂ 9 ਸਾਲ ਦਾ ਬੱਚਾ ਕੀ ਸੋਚਦਾ ਹੈ ਵੀ ਮੈਂ ਜੇ ਕੋਈ ਵੀ ਇਹੋ ਜਿਹੀ ਕਿਰਿਆ ਕਰੂੰਗਾ ਤਾਂ ਮੰਨ ਲਓ ਮੈਂ ਕੋਈ ਚੰਗੀ ਕਿਰਿਆ ਕਰੀ, ਠੀਕ ਹੈ, ਮੈਂ ਕਿਸੇ ਨੂੰ ਗਲਤ ਬੋਲਿਆ, ਠੀਕ ਹੈ, ਤਾਂ ਮੈਨੂੰ ਉਸ ਪ੍ਰਕਾਰ ਨਾਲ ਸਜ਼ਾ ਮਿਲੂਗੀ ਜਾਂ ਮੈਨੂੰ ਉਸ ਪ੍ਰਕਾਰ ਦਾ ਨਤੀਜਾ ਮਿਲੂਗਾ, ਠੀਕ ਹੈ। ਤੇ ਉਹਦੇ ਭੌਤਿਕ ਨਤੀਜੇ ਜਿਹੜੇ ਨੇਗੇ ਉਹਨੂੰ ਉਹ ਚੰਗਾ ਜਾਂ ਮਾੜਾ ਬਣਾਉਣ ਦੇ ਵਿੱਚ ਕੀ ਕਰਦੇ ਨੇ, ਹੈਲਪ ਕਰਦੇ ਨੇ। ਇਹਦੇ ਅਕੋਰਡਿੰਗ ਆਨਸਰ ਜਿਹੜਾ ਬਣਨਾ ਚਾਹੀਦਾ ਉਹ ਬਣਨਾ ਚਾਹੀਦਾ ਫਸਟ ਆਨਸਰ, 18 ਦਾ ਫਸਟ ਆਨਸਰ। ਕੋਲਬਰਗ ਦੇ ਅਨੁਸਾਰ ਇੱਕ ਬੱਚੇ ਦਾ ਨੈਤਿਕ ਵਿਕਾਸ ਨੈਤਿਕ ਕਦਰਾਂ ਕੀਮਤਾਂ ਦੇ ਇਸ ਪੱਧਰ ਨੂੰ ਅੰਦਰੂਨੀ ਨਹੀਂ ਦਿਖਾਉਂਦਾ ਅਤੇ ਬੱਚੇ ਦੇ ਨੈਤਿਕ ਵਿਕਾਸ ਬਾਹਰੀ ਇਨਾਮਾਂ ਅਤੇ ਸਜ਼ਾਵਾਂ ਦੁਆਰਾ ਨਿਯੰਤਰਿਤ ਹੁੰਦੇ ਹਨ। ਸਾਨੂੰ ਪਤਾ ਲੱਗ ਚੁੱਕਿਆ ਵੀ ਜਿਹੜਾ ਬੱਚੇ ਦੀਆਂ ਨੈਤਿਕ ਕਦਰਾਂ ਕੀਮਤਾਂ ਨੇ ਉਹ ਬਾਹਰੀ ਇਨਾਮ ਅਤੇ ਸਜ਼ਾ ਦੁਆਰਾ ਨਿਰਧਾਰਿਤ ਹੁੰਦੀਆਂ ਨੇਗੀਆਂ, ਕੰਟਰੋਲ ਹੁੰਦੀਆਂ ਨੇ। ਤਾਂ ਸਾਨੂੰ ਪਤਾ ਇਹਦਾ ਆਨਸਰ, ਸਾਨੂੰ ਬਾਰੇ ਜ਼ਿਆਦਾ ਪੜ੍ਹਨ ਦੀ ਲੋੜ ਨਹੀਂ ਹੈਗੀ। ਤਾਂ ਅਸੀਂ ਦੱਸ ਦਾਂਗੇ ਆਨਸਰ ਪ੍ਰੀ ਕਨਵੈਨਸ਼ਨਲ ਸਟੇਜ ਜਾਂ ਪੂਰਵ ਰਵਾਇਤੀ ਪੱਧਰ ਦੇ ਵਿੱਚ ਜਿਹੜਾ ਬੱਚਾ ਹੈਗਾ ਉਹ ਇਨਾਮ, ਸਜ਼ਾ ਅਤੇ ਆਗਿਆਕਾਰਤਾ ਦੁਆਰਾ ਕੀ ਹੁੰਦਾ ਹੈਗਾ, ਉਹਦੀ ਜਿਹੜੀ ਨੈਤਿਕ ਕਦਰਾਂ ਕੀਮਤਾਂ ਨੇ ਉਹ ਨਿਰਧਾਰਿਤ ਕੀਤੀਆਂ ਜਾਂਦੀਆਂ ਨੇ। ਨੈਕਸਟ ਕੁਐਸਚਨ ਵੱਧਦੇ ਹਾਂ ਆਪਾਂ ਅੱਗੇ ਵੱਧਦੇ ਹਾਂ। 20 ਨੰਬਰ ਕੁਐਸਚਨ ਦੇਖੋ, ਕੋਲਬਰਗ ਦੇ ਅਨੁਸਾਰ ਚੰਗਾ ਮੁੰਡਾ ਚੰਗੀ ਕੁੜੀ ਦੇ ਇਸ਼ਾਰਾ ਕਰਨਾ ਇੱਕ ਨਿਸ਼ਾਨੀ ਹੈ। ਪੂਰਵ ਅਸਥਾਈ ਨੈਤਿਕਤਾ, ਪੂਰਵ ਅਸਥਾਈ ਨੈਤਿਕਤਾ ਤੇ ਕੋਈ ਗੱਲ ਹੀ ਨਹੀਂ ਹੁੰਦੀ। ਸਮੇਂ ਤੋਂ ਬਾਅਦ ਦੀ ਨੈਤਿਕਤਾ,
ਧਰਮ ਨਿਰਪੱਖ ਨੈਤਿਕਤਾ ਤੇ ਨੈਤਿਕਤਾ ਦੇ ਰਿਸ਼ਤੇਦਾਰ। ਕੋਈ ਜ਼ਿਆਦਾ ਵਧੀਆ ਕੁਐਸਚਨ ਨਹੀਂ ਆਪਾਂ ਇਹਨੂੰ ਮੰਨ ਸਕਦੇ ਹੈਗੇ, ਤਾਂ ਇਹਦੇ ਅਕੋਰਡਿੰਗ ਆਨਸਰ ਜਿਹੜਾ ਬਣਦਾ ਸੀ ਉਹ ਬਣਦਾ ਸੀ ਧਾਰਮਿਕ ਧਰਮ ਨਿਰਪੱਖ ਨੈਤਿਕਤਾ, ਕਿਉਂਕਿ ਬੱਚਾ ਇੱਥੇ ਕਿਸੇ ਵੀ ਪੱਖਪਾਤ ਤੋਂ ਆਪਣੀ ਨੈਤਿਕਤਾ ਪ੍ਰਦਰਸ਼ਨ ਕਰਦਾ ਹੈਗਾ। ਇੱਥੇ ਬੱਚੇ ਦੇ ਅੰਦਰ ਇੱਕ ਚੰਗਾ ਮੁੰਡਾ ਤੇ ਚੰਗੀ ਕੁੜੀ ਬਣਨ ਦਾ ਜਿਹੜਾ ਇੱਕ ਨਜ਼ਰੀਆ ਉਹ ਪੇਸ਼ ਕਰਨਾ ਚਾਹੁੰਦਾ, ਜਾਂ ਸਮਾਜ ਦੇ ਵਿੱਚ ਆਪਣੀ ਇੱਕ ਰੈਪੂਟੇਸ਼ਨ ਜਿਹੜੀ ਬਣਾਉਣਾ ਚਾਹੁੰਦਾ ਹੈ, ਤਾਂ ਇੱਥੇ ਉਹ ਬਿਨਾਂ ਕਿਸੇ ਪੱਖਪਾਤ ਤੋਂ ਆਪਣੀ ਨੈਤਿਕਤਾ ਦਾ ਜਿਹੜਾ ਪ੍ਰਦਰਸ਼ਨ ਉਹ ਕਰਦਾ ਹੁੰਦਾ ਹੈ। 21 ਦੇ ਵਿੱਚ ਦੇਖੋ, ਹੇਠ ਲਿਖੇ ਵਿੱਚੋਂ ਕਿਸ ਨੇ ਬੱਚਿਆਂ ਦੇ ਨੈਤਿਕ ਵਿਕਾਸ ਦੇ ਵਿੱਚ ਯੋਗਦਾਨ ਪਾਇਆ ਹੈ? ਕੋਲਬਰਗ ਨੇ ਪਾਇਆ ਹੈ ਕਿ ਇਕੱਲੇ ਨੇ? ਕੀ ਪਿਆਜੇ ਨੇ ਪਾਇਆ ਹੈ? ਪਿਆਜੇ ਅਤੇ ਕੋਲਬਰਗ ਦੋਨਾਂ ਨੇ ਪਾਇਆ ਹੈ? ਇਹਨਾਂ ਵਿੱਚੋਂ ਕੋਈ ਨਹੀਂ। ਲਾਰੈਂਸ ਕੋਲਬਰਗ ਦੇ ਸਿਧਾਂਤ ਦੇ ਵਿੱਚ ਆਪਾਂ ਗੱਲ ਕੀਤੀ ਸੀ ਵੀ ਜਿਹੜਾ ਕੋਲਬਰਗ ਸੀਗਾ ਉਹ ਜੀਨ ਪਿਆਜੇ ਦੇ ਮੋਰਲ ਡਿਵੈਲਪਮੈਂਟ ਦੇ ਸਿਧਾਂਤ ਤੋਂ ਵੀ ਪ੍ਰਭਾਵਿਤ ਸੀ। ਇਸ ਕਰਕੇ ਅਸੀਂ ਦੋਨਾਂ ਨੂੰ ਕਹਾਂਗੇ ਵੀ ਦੋਨੇ ਹੀ ਨੈਤਿਕ ਵਿਕਾਸ ਦੇ ਸਿਧਾਂਤ ਦੇ ਵਿੱਚ ਯੋਗਦਾਨ ਪਾਉਣ ਵਾਲੇ ਨੇ। ਤਾਂ ਕੋਲਬਰਗ ਅਤੇ ਪਿਆਜੇ, ਇਹਦਾ ਆਨਸਰ ਬਣਨਾ ਚਾਹੀਦਾ 3, 1 ਅਤੇ 2 ਦੋਨਾਂ ਨੇ ਇਹਦਾ ਯੋਗਦਾਨ ਪਾਇਆ। 22 ਨੰਬਰ ਕੁਐਸਚਨ ਕੀ ਕਹਿੰਦਾ ਹੈ? ਕੋਲਬਰਗ ਦੇ ਅਨੁਸਾਰ ਸਹੀ ਅਤੇ ਗਲਤ ਦੇ ਪ੍ਰਸ਼ਨ ਦੇ ਸੰਬੰਧ ਵਿੱਚ ਫੈਸਲੇ ਲੈਣ ਦੇ ਵਿੱਚ ਸ਼ਾਮਲ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ? ਇਹ ਕਾਫੀ ਇੰਪੋਰਟੈਂਟ ਕੁਐਸਚਨ ਐਗਜ਼ਾਮ 'ਚ ਪੁੱਛਿਆ ਗਿਆ ਹੈਗਾ। ਤਾਂ ਸਹਿਯੋਗ ਦੀ ਨੈਤਿਕਤਾ, ਨੈਤਿਕ ਤਰਕ ਜਿਹਨੂੰ ਅਸੀਂ ਮੋਰਲ ਰੀਜ਼ਨਿੰਗ ਬੋਲਦੇ ਹਾਂ, ਨੈਤਿਕ ਯਥਾਰਥਵਾਦ ਜਾਂ ਨੈਤਿਕ ਦੁਵਿਧਾ ਜਿਹਨੂੰ ਅਸੀਂ ਮੋਰਲ ਡਾਇਲਮਾ ਕਹਿੰਦੇ ਹਾਂ। ਉਹ ਕਹਿੰਦਾ ਵੀ ਸਹੀ ਅਤੇ ਗਲਤ ਦੇ ਪ੍ਰਸ਼ਨ ਦੇ ਸੰਬੰਧ ਵਿੱਚ ਫੈਸਲੇ ਲੈਣ ਵਿੱਚ ਸ਼ਾਮਲ ਵਿਚਾਰ ਪ੍ਰਕਿਰਿਆ ਨੂੰ। ਹੁਣ ਫੈਸਲਾ ਗਲਤ ਹੈ ਜਾਂ ਸਹੀ ਹੈ, ਇਹ ਸਮਾਜ ਦੇ ਅਨੁਸਾਰ ਨਹੀਂ, ਉਹ ਆਪਣੇ ਅਨੁਸਾਰ ਦੇਖੂਗਾ ਵੀ ਮੇਰੇ ਅਕੋਰਡਿੰਗ ਫੈਸਲਾ ਸਹੀ ਹੈ ਜਾਂ ਗਲਤ ਹੈਗਾ। ਤਾਂ ਜਦੋਂ ਅਸੀਂ ਸਾਡੇ ਸਾਹਮਣੇ ਕੋਈ ਸਮੱਸਿਆਵਾਂ ਆ ਜਾਂਦੀਆਂ ਨੇਗੀਆਂ, ਤਾਂ ਅਸੀਂ ਉਹਨਾਂ ਸਮੱਸਿਆਵਾਂ ਨੂੰ ਕੀ ਕਹਿੰਦੇ ਹੈਗੇ, 2 ਜਾਂ 2 ਤੋਂ ਜ਼ਿਆਦਾ ਸਮੱਸਿਆ ਜਦੋਂ ਆ ਜਾਂਦੀਆਂ ਨੇ ਤਾਂ ਉਹਨੂੰ ਅਸੀਂ ਮੋਰਲ ਡਾਇਲਮਾ ਜਾਂ ਮੋਰਲ ਦੁਵਿਧਾ ਦਾ ਨਾਮ ਦਿੰਦੇ ਹਾਂ। ਤੇ ਜਦੋਂ ਅਸੀਂ ਉਹਨਾਂ ਸਮੱਸਿਆਵਾਂ ਬਾਰੇ ਕੋਈ ਫੈਸਲਾ ਕਰ ਲੈਂਦੇ ਹਾਂ ਤਾਂ ਉਹਨੂੰ ਅਸੀਂ ਬੋਲਦੇ ਹਾਂ ਨੈਤਿਕ ਤਰਕ ਜਾਂ ਉਹਨੂੰ ਬੋਲਦੇ ਅਸੀਂ ਮੋਰਲ ਰੀਜ਼ਨਿੰਗ। ਤਾਂ ਇਹਦੇ ਅਕੋਰਡਿੰਗ ਆਨਸਰ ਬਣਨਾ ਚਾਹੀਦਾ, ਇਹਦਾ ਬਣਦਾ ਆਨਸਰ ਇਹਦਾ ਨੰਬਰ 2 ਆਨਸਰ, 22 ਦਾ 2 ਆਨਸਰ। ਲਾਰੈਂਸ ਕੋਲਬਰਗ ਦੇ ਸਿਧਾਂਤ ਵਿੱਚ ਨੈਤਿਕਤਾ ਦੀ ਸਹੀ ਅਰਥਾਂ ਵਿੱਚ ਗੈਰ ਹਾਜ਼ਰੀ ਨੂੰ ਜਿਹੜਾ ਪੱਧਰ ਉਹ ਦਰਸਾਉਂਦਾ ਹੈਗਾ। ਤਾਂ 6 ਪੱਧਰਾਂ ਦੀ ਉਹਨੇ ਜਿਹੜੀ ਗੱਲ ਕੀਤੀ ਇਹਦੇ ਵਿੱਚ, ਤਾਂ ਉਹਦੇ ਅਕੋਰਡਿੰਗ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਜਿਹੜਾ ਪੱਧਰ 1 ਹੁੰਦਾ ਇਹਦੇ ਵਿੱਚ ਕਿਤੇ ਨਾ ਕਿਤੇ ਬੱਚੇ ਦੇ ਅੰਦਰ ਨੈਤਿਕਤਾ ਦੀ ਜਿਹੜੀ ਕਮੀ ਉਹ ਪਾਈ ਜਾਂਦੀ ਹੈ। ਤਾਂ ਇਹਦੇ ਅਕੋਰਡਿੰਗ ਆਨਸਰ ਜਿਹੜਾ ਬਣਨਾ ਚਾਹੀਦਾ ਹੈ ਉਹ ਬਣਨਾ ਚਾਹੀਦਾ ਹੈ ਪੱਧਰ 1 ਦਾ, ਜਿਹੜਾ ਕਿ 4 ਸਾਲ ਤੋਂ ਲੈ ਕੇ 7 ਸਾਲ ਦਾ ਜਿਹੜਾ ਪੱਧਰ ਬਣਦਾ। ਵੈਸੇ ਉਹਨੇ ਕਿਹਾ ਵੀ 4 ਸਾਲ ਤੋਂ ਘੱਟ ਬੱਚਿਆਂ ਦੇ ਅੰਦਰ ਨੈਤਿਕਤਾ ਬਿਲਕੁਲ ਵੀ ਨਹੀਂ ਪਾਈ ਜਾਂਦੀ ਹੈਗੀ। ਕੋਲਬਰਗ ਕਿਸ ਵਿੱਚ ਵਿਸ਼ਵਾਸ ਕਰਦਾ ਹੈ? ਨੈਤਿਕ ਨਿਰਣੇ ਦੇ ਇੱਕ ਪੱਧਰ ਤੋਂ ਦੂਸਰੇ ਪੱਧਰ ਵਿੱਚ ਤਬਦੀਲੀ ਬੋਧਾਤਮਕ ਪਰਿਪੱਕਤਾ ਵਿੱਚ ਤਰੱਕੀ ਤੇ ਨਿਰਭਰ ਕਰਦੀ ਹੈ। ਮਤਲਬ ਜਿਹੜੀ ਤਬਦੀਲੀ ਹੈ ਬੋਧਾਤਮਕ ਪਰਿਪੱਕਤਾ ਵਿੱਚ ਤਰੱਕੀ ਤੇ ਨਿਰਭਰ ਕਰਦੀ ਹੈ ਜਾਂ ਕਰਦੇ ਹਨ। ਬੇਤਰਤੀਬੇ ਕ੍ਰਮ ਵਿੱਚ ਨੈਤਿਕ ਨਿਰਣੇ ਦੇ ਪੱਧਰ ਨੂੰ ਉਜਾਗਰ ਕਰਨਾ। ਅੰਤਿਮ ਪੱਧਰ ਦੇ ਨੈਤਿਕ ਨਿਰਣੇ ਦੀ ਪਹੁੰਚ ਸਮਾਜਿਕ ਆਰਥਿਕ ਸਥਿਤੀ ਉੱਤੇ ਆਧਾਰਿਤ ਹੈ। ਨੈਤਿਕ ਨਿਰਣਿਆਂ ਵਾਤਾਵਰਣ ਦੇ ਨਿਵੇਸ਼ ਤੇ ਨਿਰਭਰ ਨਹੀਂ ਕਰਦੀ। ਤਾਂ ਹੁਣ ਉਹ ਕੀ ਕਹਿੰਦਾ ਹੈ, ਹੁਣ ਲਾਸਟ ਦੇ ਵਿੱਚ ਆਪਣੇ ਸਿਧਾਂਤ ਦੇ ਵਿੱਚ ਭਾਵੇਂ ਉਹਨੇ ਪਰਟੀਕੂਲਰ ਤੌਰ ਤੇ ਇੱਕ ਉਮਰ ਨੂੰ ਉਹਨੇ ਨਿਰਧਾਰਿਤ ਕੀਤਾ ਸੀ ਵੀ ਇਸ ਪਰਟੀਕੂਲਰ ਉਮਰ ਦੇ ਵਿੱਚ ਜਿਹੜਾ ਬੱਚਾ ਹੈਗਾ ਉਹ ਆਪਣੀ ਨੈਤਿਕਤਾ ਪ੍ਰਦਰਸ਼ਨ ਇਸ ਆਧਾਰ ਤੇ ਕਰਦਾ, ਪਰ ਉਹਨੇ ਲਾਸਟ ਇੱਕ ਗੱਲ ਇਹ ਵੀ ਕਹੀ ਸੀਗੀ ਵੀ ਨੈਤਿਕ ਨਿਰਣੇ ਦੇ ਇੱਕ ਪੱਧਰ ਤੋਂ ਦੂਸਰੇ ਪੱਧਰ ਦੀ ਤਬਦੀਲੀ ਬੋਧਾਤਮਕ ਪਰਿਪੱਕਤਾ ਵਿੱਚ ਤਰੱਕੀ ਦੇ ਨੇ। ਮਤਲਬ ਜੇ ਤੁਹਾਡੇ ਅੰਦਰ ਬੋਧਾਤਮਕ ਤੌਰ ਤੇ ਪਰਿਪੱਕਤਾ ਆਉਂਦੀ ਹੈ, ਮੈਚੋਰਟੀ ਆਉਂਦੀ ਹੈ, ਤਾਂ ਹੀ ਤੁਸੀਂ ਅਗਲੇ ਉਹਦੇ ਵਿੱਚ ਲੈਵਲ ਦੇ ਵਿੱਚ ਮੰਨੇ ਜਾਓਗੇ। ਠੀਕ ਹੈ, ਤਾਂ ਇਹਦੇ ਅਕੋਰਡਿੰਗ ਆਨਸਰ ਜਿਹੜਾ ਬਣਨਾ ਚਾਹੀਦਾ ਉਹ ਬਣਨਾ ਚਾਹੀਦਾ ਹੈ ਫਸਟ ਆਨਸਰ ਬਣਨਾ ਚਾਹੀਦਾ ਹੈ 24 ਦਾ ਫਸਟ। ਤਾਂ ਇਹ ਸੀਗੇ ਤੁਹਾਡੇ ਲਾਰੈਂਸ ਕੋਲਬਰਗ ਦੇ ਸਿਧਾਂਤ ਦੇ ਨਾਲ ਜੁੜੇ ਹੋਏ ਕੁਝ ਪ੍ਰਸ਼ਨ ਜਿਨ੍ਹਾਂ ਬਾਰੇ ਆਪਾਂ ਚਰਚਾ ਕੀਤੀ ਹੈ। ਆਈ ਹੋਪ ਕਿ ਤੁਹਾਨੂੰ ਅੱਜ ਦੀ ਕਲਾਸ ਕਾਫੀ ਇੰਪੋਰਟੈਂਟ ਲੱਗੂਗੀ, ਕਿਉਂਕਿ ਐਗਜ਼ਾਮ ਦੇ ਵਿੱਚ ਲਾਰੈਂਸ ਕੋਲਬਰਗ ਕਾਫੀ ਇੰਪੋਰਟੈਂਟ ਥਿੰਕਰ ਹੈ ਜਿਨ੍ਹਾਂ ਬਾਰੇ ਕੁਐਸਚਨ ਪੁੱਛੇ ਜਾਂਦੇ ਨੇ ਐਗਜ਼ਾਮ ਦੇ ਵਿੱਚ। ਹਰ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਨੇਗੇ। ਆਪਾਂ ਹੋਰ ਵੀ ਕੁਐਸਚਨ ਲੈ ਕੇ ਆਵਾਂਗੇ ਇਸ ਥਿਊਰੀ ਦੇ ਨਾਲ ਜੁੜੇ ਹੋਏ, ਕਾਫੀ ਸਾਰੇ ਹੋਰ ਵੀ ਕੁਐਸਚਨ ਆਏ ਹੋਏ ਨੇਗੇ। ਤਾਂ ਆਪਾਂ ਪਾਰਟ 2 ਦੇ ਵਿੱਚ ਜਦੋਂ ਲਾਰੈਂਸ ਕੋਲਬਰਗ ਦੇ ਅਗਲੇ ਕੁਐਸਚਨ ਬਾਰੇ ਗੱਲ ਕਰਾਂਗੇ ਤਾਂ ਆਪਾਂ ਨੂੰ ਹੋਰ ਜ਼ਿਆਦਾ ਕਲੈਰੀਫਿਕੇਸ਼ਨ ਹੋ ਜੂਗੀ, ਜਾਂ ਸਾਡੀ ਕੋਲਬਰਗ ਦੀ ਥਿਊਰੀ ਦੇ ਪ੍ਰਤੀ ਇੱਕ ਪਰਸੈਪਸ਼ਨ ਬਣ ਜੂਗੀ, ਕਾਫੀ ਮਜ਼ਬੂਤ ਪਰਸੈਪਸ਼ਨ ਬਣ ਜੂਗੀ। ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੈ ਤਾਂ ਪਲੀਜ਼ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਿਓ। ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਨਾ ਤੁਸੀਂ। ਜੇ ਵੀਡੀਓ ਅੱਜ ਦੀ ਪਸੰਦ ਆਉਂਦੀ ਤਾਂ ਇਸ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਤੇ ਸ਼ੇਅਰ ਕਰਨਾ ਤੁਸੀਂ। ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ, ਨੈਕਸਟ ਕੋਈ ਨਵੀਂ ਚੀਜ਼ ਲੈ ਕੇ ਆਵਾਂਗੇ। ਤਦ ਤੱਕ ਲਈ ਬਾਏ, ਥੈਂਕ ਯੂ।